आवाजां दी ते फिल्मी दुनिया दी। तुहाडा अपना साउथ एशियन वॉइस। कॉल करो 6472932327 ते या फिर ईमेल करो southasianvoice@gmail.com। अवले अल्लाह नूर पाया, अवले अल्लाह नूर पाया। कुदरत के सब बंदे, कुदरत के सब बंदे, अवले अल्लाह नूर पाया, अवले अल्लाह नूर पाया। कुदरत के सब बंदे, कुदरत के सब बंदे, अवले अल्लाह नूर पाया, अवले अल्लाह नूर पाया। एक नूर ते सब जग उपजा, एक नूर ते सब जग उपजा। कौन भले को मंदे, अवले अल्लाह नूर पाया, अवले अल्लाह नूर पाया। प्राइम टाइम रेडियो साउथ एशियन वॉइस ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਹੈ। ਸਭ ਨੂੰ ਜੀ ਆਇਆਂ, ਵੈਲਕਮ, ਖੁਸ਼ਾਮਦੀਦ, ਸਭ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਹੈਵ ਏ ਵੰਡਰਫੁਲ ਗੁੱਡ ਮਾਰਨਿੰਗ, ਹੈਪੀ ਥਰਸਡੇ ਸਾਰਿਆਂ ਨੂੰ। 10 ਡਿਗਰੀ ਟੈਂਪਰੇਚਰ ਆ, 10 ਡਿਗਰੀ ਤੁਸੀਂ ਮਹਿਸੂਸ ਕਰ ਰਹੇ ਹੋ, ਡਬਲ ਡਿਜਿਟ ਅੱਜ 20 ਡਿਗਰੀ ਤੱਕ ਜਾਏਗਾ ਤੇ ਮੌਸਮ ਵਧੀਆ ਰਹਿਣਾ ਹੈ। ਕੱਲ ਮੀਂਹ ਪਵੇਗਾ, ਕੱਲ 12 ਡਿਗਰੀ ਟੈਂਪਰੇਚਰ ਰਹਿਣਾ। ਸੋ ਜਬ ਨੂੰ ਜੀ ਆਇਆਂ ਕਹਿੰਦੇ ਆ, ਵੈਲਕਮ, ਖੁਸ਼ਾਮਦੀਦ, ਉਮੀਦ ਕਰਦੇ 1 ਘੰਟਾ ਸਾਥ ਦਿਓਗੇ। ਅੱਜ ਵੱਡੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ, ਉਹ ਹੈ ਅੰਟਾਰੀਓ ਦੇ ਬਜਟ ਦੀਆਂ। ਹੈਲਥ ਐਜੂਕੇਸ਼ਨ ਤੇ ਕਿੰਨਾ ਕਿੰਨਾ ਪੈਸਾ ਸਪੈਂਡ ਕੀਤਾ ਹੈ, ਕਿੰਨਾ ਕਿੰਨਾ ਸਪੈਂਡ ਕਰਨ ਜਾ ਰਹੇ ਨੇ, ਕੌਣ ਕੌਣ ਖੁਸ਼ ਹੈ, ਕਿਹੜਾ ਨਾਰਾਜ਼ ਹੈ, ਇਹ ਤੇ ਕਰਾਂਗੇ ਗੱਲ। ਤੁਹਾਡੇ ਵੱਡੇ ਮੁੱਦੇ, ਤੁਹਾਡਾ, ਤੁਹਾਡੇ ਬੱਚਿਆਂ ਦਾ, ਕੈਨੇਡਾ ਦਾ ਫਿਊਚਰ, ਤੁਹਾਡਾ ਅੰਟਾਰੀਓ ਦੇ ਵਿੱਚ ਕੀ ਹੈ, ਖਾਸ ਤੌਰ ਤੇ ਮਿਊਨਿਸਪੈਲਿਟੀਜ਼ ਕੀ ਕਹਿੰਦੀਆਂ ਨੇ, ਮੇਅਰ ਇੱਥੇ ਕੀ ਬੋਲਦੇ ਨੇ, ਅੰਟਾਰੀਓ ਦੇ ਮੇਅਰ ਕਿੰਨੇ ਖੁਸ਼ ਨੇ ਇਸ ਨੂੰ ਲੈ ਕੇ, ਔਰ ਖਾਸ ਤੌਰ ਤੇ ਆਪੋਜੀਸ਼ਨ ਪਾਰਟੀਆਂ ਦੇ ਵਿੱਚ ਸਟੀਵਨ ਡਲਡੋਕਾ ਲਿਬਰਲ ਵਾਲੇ ਕੀ ਕਹਿੰਦੇ ਨੇ, ਆਪੋਜੀਸ਼ਨ ਲੀਡਰ ਐਂਡਰਿਆ ਹੌਰਵਿਥ ਇੱਥੇ ਕੀ ਬੋਲਦੇ ਨੇ, ਮਿਸਟਰ ਜਿਹੜੇ ਨਵੇਂ ਬਣੇ ਨੇ ਆਪਣਾ ਸੱਚ ਲੀਡਰ ਇਹਦੇ ਗ੍ਰੀਨ ਪਾਰਟੀ ਦੇ ਮਾਈਕ, ਉਹ ਕੀ ਕਹਿੰਦੇ ਨੇ, ਉਹਨਾਂ ਦੇ ਸਾਰਿਆਂ ਦੇ ਕਰਾਂਗੇ ਗੱਲਬਾਤ। ਔਰ ਕਿਹੜੀ ਕਿਹੜੀ ਸਪੈਂਡਿੰਗ ਹੋਏਗੀ। ਸੋ ਮੋਟੇ ਤੌਰ ਤੇ 33.1 ਬਿਲੀਅਨ ਘਾਟੇ ਦਾ ਇਹ ਬਜਟ ਹੋਣਾ ਆ ਤੇ ਨਵੀਂ ਜਿਹੜੀ ਅੰਟਾਰੀਓ ਦੀ ਸਪੈਂਡਿੰਗ ਹੋਣੀ ਆ 186.1 ਬਿਲੀਅਨ ਦੀ ਹੋਣੀ ਆ। ਬਰੈਂਪਟਨ ਲਈ ਦੋ ਵੱਡੀਆਂ ਆਸਾਂ ਬੱਧੀਆਂ ਨੇ, ਜਿਹਦੇ ਵਿੱਚ ਇੱਕ ਤਾਂ ਰਾਇਰਸਨ ਯੂਨੀਵਰਸਿਟੀ ਦਾ ਮੈਡੀਕਲ ਸਕੂਲ ਕੈਂਪਸ ਤੇ ਦੂਸਰਾ ਫੁੱਲ ਫਲੈਸ਼ ਹਸਪੀਟਲ। ਸੋ NDP ਕਹਿੰਦੀ ਆ ਕਿ ਇਹ ਹਸਪੀਟਲ ਜਿਹੜਾ ਫੁੱਲ ਫਲੈਸ਼ ਨਹੀਂ ਹੈਗਾ, ਉਹਦੇ ਲਈ ਗੁਰਤਨ ਸਿੰਘ ਹੋਣਗੇ ਮੇਰੇ ਨਾਲ, NDP ਵੱਲੋਂ ਪੇਸ਼ ਹੋਣਗੇ, ਆਪਣੀ ਪਾਰਟੀ ਦਾ ਆਪਣਾ ਪੱਖ ਰੱਖਣਗੇ। ਗੁਰਤਨ ਸਿੰਘ ਨਾਲ ਆਪਾਂ ਗੱਲ ਕਰਾਂਗੇ। ਉਸ ਤੋਂ ਇਲਾਵਾ ਮੇਰੇ ਨਾਲ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਜੁੜਨਗੇ, MPP ਤੇ ਮਿਨਿਸਟਰ ਪਰਮਜੀਤ ਸਿੰਘ ਸਰਕਾਰੀਆ ਹੋਣਗੇ ਮੇਰੇ ਨਾਲ, ਤੇ ਨਾਲ ਦੀ ਨਾਲ ਅਮਰਜੋਤ ਸੰਧੂ ਹੋਣਗੇ MPP। ਸੋ ਇਹ 4-5 ਬੰਦਿਆਂ ਨਾਲ ਸਾਡੀ ਗੱਲਬਾਤ ਹੋਏਗੀ। ਜੇ ਬਰੈਂਪਟਨ ਦਾ ਕੋਈ ਪੰਜਾਬੀ ਸਪੀਕਿੰਗ ਕਾਉਂਸਲਰ ਗੱਲ ਕਰਨਾ ਚਾਹੁੰਦਾ ਤਾਂ ਮੋਸਟ ਵੈਲਕਮ, ਆਪਾਂ ਉਹਨਾਂ ਨੂੰ ਵਿੱਚ ਮਰਜ਼ੀ ਕਰ ਸਕਦੇ ਹਾਂ। ਸੋ ਅੱਜ ਇਹਨਾਂ ਮੁੱਦਿਆਂ ਤੇ ਗੱਲ ਹੋਏਗੀ ਔਰ ਮੈਂ ਤਕਰੀਬਨ ਸਾਰੇ ਸਵਾਲ ਤੁਹਾਡੇ ਨੋਟ ਕੀਤੇ ਹੋਏ ਆ, ਇਹਨਾਂ ਸਾਰਿਆਂ ਨਾਲ ਮੈਂ ਗੱਲਬਾਤ ਕਰਾਂਗਾ ਤੇ ਉਮੀਦ ਕਰਦਾ ਕਿ ਤੁਸੀਂ ਇਸ ਨੂੰ ਸਾਰੇ ਜਣੇ ਧਿਆਨ ਨਾਲ ਸੁਣੋਗੇ ਔਰ ਬਾਕੀਆਂ ਨੂੰ ਵੀ ਜ਼ਰੂਰ ਇਨਕਰੇਜ ਕਰੋਗੇ ਕਿ ਤੁਹਾਡੇ ਮੁੱਦਿਆਂ ਤੇ, ਤੁਹਾਡੇ ਮਸਲਿਆਂ ਤੇ ਅੱਜ ਗੱਲ ਹੋਣੀ ਆ ਤੇ ਤੁਸੀਂ ਸਾਰਿਆਂ ਨੂੰ ਨਾਲ ਜੋੜਨਾ ਹੈ। ਤੁਸੀਂ ਮੈਨੂੰ ਟੈਕਸਟ ਮੈਸੇਜ ਕਰਨਾ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਸਵਾਲ ਵਿੱਚੋਂ ਰਹਿ ਗਿਆ ਤੇ ਤੁਸੀਂ ਮੈਨੂੰ ਟੈਕਸਟ ਮੈਸੇਜ ਜ਼ਰੂਰ ਕਰਨਾ। ਟੈਕਸਟ ਮੈਸੇਜ ਲਈ ਮੇਰਾ ਨੰਬਰ ਜੇ 647-293-2327 647 293 2327 ਇਹ ਮੇਰਾ ਨੰਬਰ ਆ। ਇਹਦੇ ਤੇ ਤੁਸੀਂ ਚੱਲਦੇ ਰੇਡੀਓ ਤੇ WhatsApp ਟੈਕਸਟ ਮੈਸੇਜ ਕਰ ਸਕਦੇ। ਕੋਸ਼ਿਸ਼ ਕਰੋ ਟੈਕਸਟ ਕਰੋ ਤਾਂ ਕਿ ਮੈਨੂੰ ਨਾਲ ਅਲਰਟ ਮਿਲ ਜਾਏ ਕਿ ਟੈਕਸਟ ਆਇਆ।
ਸੋ ਇਸ ਮੁੱਦੇ ਤੇ ਗੱਲਬਾਤ ਹੋਵਾਂਗੇ। ਕੱਲ ਦੇ ਇਹ ਦੋ ਮੁੱਦੇ ਸ਼ਾਮ ਦੇ ਕਾਫੀ ਭਾਰੇ ਨੇ, ਉੱਥੇ ਕੁਝ ਇੱਕ ਦੋ ਰੇਡੀਓ TV ਤੇ ਦੀ ਡਿਸਕਸ਼ਨ ਵੀ ਡੈਫੀਨੇਟਲੀ ਹੋਏਗੀ ਕਿਉਂਕਿ ਸਵੇਰੇ ਸਵੇਰੇ ਤੁਸੀਂ ਸਾਰੇ ਆਪਣੇ ਕੰਮਾਂ ਕਾਰਾਂ ਤੋਂ, ਔਰ ਇਸ ਵਕਤ ਬਹੁਤ ਵੱਡਾ ਧਿਆਨ ਮੰਗਦਾ ਸਾਡਾ ਕਿ ਅਸੀਂ ਵਿਜੀਲੈਂਟ ਹੋਈਏ, ਧਿਆਨ ਦਈਏ ਕਿ ਸਾਡੇ ਮੁੱਦੇ ਸਾਡੇ ਲਈ ਕਿੱਥੇ ਕਿੱਥੇ ਖੜੇ ਨੇ। ਇਹਦੇ ਤੇ ਗੱਲਬਾਤ ਕਰਾਂਗੇ। ਬੜੀ ਤੇਜ਼ੀ ਨਾਲ ਗਰੋ ਕਰਦਾ ਬਰੈਂਪਟਨ ਸਿਟੀ ਆ, ਸੋ ਇਸ ਦੀ ਪਾਪੂਲੇਸ਼ਨ ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਕਿਤੇ ਵੱਧ ਹੈ। ਸੋ ਇਸ ਲਈ ਫੈਸਿਲਿਟੀਜ਼ ਕੀ ਆ, ਸਪੈਂਡਿੰਗ ਕੀ ਨੇ ਗਵਰਨਮੈਂਟ ਦੀਆਂ, ਔਰ ਕੀ ਇਹ ਬਜਟ ਜਿਹੜਾ ਆ ਅਗਲੀ ਸਰਕਾਰ ਜਿਹੜਾ ਉਸ ਨੂੰ ਮੁੱਖ ਰੱਖ ਕੇ ਰੱਖਿਆ ਗਿਆ ਹੈ ਜਾਂ ਵਾਕਿਆ ਹੀ ਇਸ ਪੈਂਡੈਮਿਕ ਦੇ ਦਰਮਿਆਨ ਸਰਕਾਰ ਚਾਹੁੰਦੀ ਹੈ। ਹਾਲਾਂਕਿ ਜਿਹੜੀਆਂ ਟੀਚਰ ਐਜੂਕੇਸ਼ਨਸ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੇ ਇਹਦੇ ਤੇ ਵੱਡਾ ਰੋਸ ਜ਼ਾਹਰ ਕੀਤਾ। ਕੁਝ ਅਖਬਾਰਾਂ ਦੀਆਂ ਹੈਡਲਾਈਨ ਨੇ ਕਿ ਉਹਨਾਂ ਦੀ ਨਾਰਾਜ਼ਗੀ ਨੂੰ ਲੈ ਕੇ। ਸਾਡੇ ਨੰਬਰ ਨੇ 9056011350 9056011350 ਸਾਡੇ ਨੰਬਰ ਨੇ। ਸਾਰੇ ਹੋਸਟ ਸਾਹਿਬਾਨ ਇਸ ਤੇ ਜੁੜਦੇ ਨੇ ਔਰ ਮੇਰੇ ਤੋਂ ਬਾਅਦ ਨਾਵਲ ਢਿੱਲੋਂ ਜੁੜਦੇ ਨੇ, ਹੋਰ ਕਾਫੀ ਸਾਰੇ ਸੱਜਣ ਨੇ। ਉਸ ਤੋਂ ਬਾਅਦ ਹਰਜਿੰਦਰ ਗਿੱਲ ਹੁੰਦੇ ਨੇ, ਜਗਦੀਸ਼ ਕਰੇਵਾਲ ਹੁੰਦੇ ਨੇ, ਰਾਣਾ ਸਿੱਧੂ ਜੀ ਹੁੰਦੇ ਨੇ, ਚਰਨਜੀਤ ਬਰਾੜ ਹੁੰਦੇ ਨੇ, ਹੋਰ ਕਾਫੀ ਸਾਰੇ ਰੌਚਕ ਪ੍ਰੋਗਰਾਮ ਨੇ 1350 ਤੇ ਵੀਕਐਂਡ ਤੇ ਬਹੁਤ ਵਧੀਆ ਪ੍ਰੋਗਰਾਮ ਨੇ। ਤੁਸੀਂ ਸਾਡੀ ਇਸ ਫ੍ਰੀਕੁਐਂਸੀ ਨੂੰ ਜੁੜਦੇ ਹੋ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਸਾਡਾ ਫੇਸਬੁੱਕ ਪੇਜ ਉੱਥੇ ਤੁਸੀਂ ਜ਼ਰੂਰ ਵਿਜ਼ਿਟ ਕਰੋ, ਉੱਥੇ ਹੀ ਅਪਡੇਟ ਦਿੱਤੀ ਹੋਈ ਆ। ਫੇਸਬੁੱਕ ਪੇਜ ਹੈ ਸਾਊਥ ਏਸ਼ੀਅਨ ਵਾਇਸ ਰੇਡੀਓ ਐਂਡ TV, ਸਾਊਥ ਏਸ਼ੀਅਨ ਵਾਇਸ ਰੇਡੀਓ ਐਂਡ TV। ਕੈਨੇਡੀਅਨ ਇਕਨੋਮੀ, ਕੈਨੇਡੀਅਨ ਡਾਲਰ ਤੇ ਵੀ ਗੱਲਬਾਤ ਕਰਾਂਗੇ। ਹੋਰ ਕੀ ਮਸਲੇ, ਐਜੂਕੇਸ਼ਨ ਦੇ ਬਾਰੇ ਸਰਕਾਰ ਨੇ ਕੀ ਫੈਸਲੇ ਲਏ ਨੇ, ਖਾਸ ਤੌਰ ਤੇ ਜਿਹੜੀ ਆਨਲਾਈਨ ਲਰਨਿੰਗ ਆ ਉਸ ਨੂੰ ਲੈ ਕੇ ਕੀ ਆ, ਉਹ ਸਾਰਾ ਵਿਚਾਰ ਚਰਚਾ ਤੁਹਾਡੇ ਨਾਲ ਹੋਏਗੀ। ਨਿਰਸ ਦੇ ਸਾਰੀਆਂ ਬਾਕੀ ਖਬਰਾਂ ਇੰਟਰਨੈਸ਼ਨਲ ਤੇ ਵੀ ਆਪਾਂ ਵਿਚਾਰ ਚਰਚਾ ਤੁਹਾਡੇ ਨਾਲ ਜਿਹੜੀ ਉਹ ਕਰਨੀ ਹੈ। ਸੋ ਸਾਡੇ ਪਾਵਰ ਸਪਾਂਸਰ ਚ ਸ਼ਾਮਲ ਰਹਿਣਗੇ ਹੋਮ ਲਾਈਫ ਸਿਲਵਰ ਸਿਟੀ, ਨਿਊ ਮਿਲੇਨੀਅਮ ਟਾਇਰ ਸੈਂਟਰ, ਸ਼ੇਰ ਗਿੱਲ ਲਾ ਫਰਮ, ਇੰਡੀਅਨ ਫੂਡ ਲੈਂਡ ਦੀਆਂ 3 ਲੋਕੇਸ਼ਨਸ। ਉੱਥੇ ਇਸ ਵਕਤ ਫੂਡ ਤੇ ਸੇਲ ਲੱਗੀ ਹੈ, ਤੁਸੀਂ ਉਹਦਾ ਬੈਨੀਫਿਟ ਲੈਣਾ ਹੈ। ਐਸਐਮ ਕੰਕਰੀਟ ਵਾਲੇ ਕੰਕਰੀਟ ਦਾ ਕੋਈ ਕੰਮ ਕਰਾਉਣਾ ਹੈ ਤੇ ਤੁਸੀਂ ਇਹਨਾਂ ਦੇ ਵੀ ਮੁੱਦੇ ਵਿਚਾਰਿਆਂ ਦੇ ਭਰੇ ਹੋਏ। ਇਸ ਵਕਤ $15,000 ਜਿਹੜਾ ਆਪਣਾ ਜਿਹੜੀ ਹੋਰ ਸਰਕਾਰ ਕਹਿੰਦੇ ਆ ਬਰੈਂਪਟਨ ਦੀ ਜਿਹੜੀ ਹੈਗੀ ਸਰਕਾਰ ਉਹ ਉਹਨਾਂ ਕੋਲ ਮੰਗ ਰਹੀ ਹੈ, ਬਰੈਂਪਟਨ ਕਾਉਂਸਲ, ਉਹਦੇ ਤੇ ਗੱਲ ਕਰਾਂਗੇ। ਤੇ VSR ਅੱਲਾ ਹਾਫਿਜ਼, ਮਨਦੀਪ ਕਾਲੀਆ, ਇਹ ਸਾਡੇ ਅੱਜ ਦੇ ਪਾਵਰ ਸਪਾਂਸਰ ਚ ਸ਼ਾਮਲ ਰਹਿਣਗੇ। ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ, AGI ਟਰਾਂਸਪੋਰਟ, ਮੋਨਟਾਬਾ, ਬੋਲਟਨ ਤੋਂ। ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ, ਜਸਵੀਰ ਸਿੰਘ ਹੁੰਦਲ, ਕਰਜ਼ੇ ਮਾਫ ਕਰਾਉਣ ਲਈ 416 500 ਤੋਂ 3100। ਅਕਾਊਂਟਿੰਗ ਦਾ ਟੈਕਸ ਦਾ ਸੀਜ਼ਨ ਸ਼ੁਰੂ ਹੋਇਆ। ਸਕੈਨ ਅਕਾਊਂਟਿੰਗ ਤੁਹਾਡੀ ਹੈਲਪ ਕਰਨਗੇ। ਸਕੈਨ ਅਕਾਊਂਟੈਂਟ ਦੇ ਟਾਪ ਪ੍ਰੋਫੈਸ਼ਨਲ ਟੀਮ ਆ ਅਮੀਰ ਕੁਰੈਸ਼ੀ ਤੇ ਉਹਨਾਂ ਦੇ ਸਾਥੀ। ਤੁਸੀਂ ਕਾਲ ਕਰੋ ਤੇ ਇੱਕ ਵਧੀਆ ਅਕਾਊਂਟੈਂਟ ਨੂੰ ਆਪਣੇ ਲਈ ਹਾਇਰ ਕਰੋ। 416 748 0801। ਇਟੋਬੀ ਕੋਕਵਿਲ ਮਾਰਕਮ 416741 0801 ਤੇ ਗੱਲਬਾਤ ਜਿਹੜੀ ਤੁਸੀਂ ਕਰ ਲੈਣੀ ਆ। ਔਰ ਕੁਇਕ ਟਾਇਰ ਰਿਪੇਅਰ ਤੇ ਡਿਕਸੀ ਫਰੇਟ ਸਿਸਟਮ, ਪਾਪੂਲਰ ਟਾਇਰ, ਇਹਨਾਂ ਸਾਡੇ ਪਾਵਰ ਸਪਾਂਸਰਾਂ ਦੇ ਨਾਲ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਰੀਅਲ ਐਸਟੇਟ ਸੰਬੰਧੀ ਕੋਈ ਵੀ ਤੁਸੀਂ ਸਵਾਲ ਕੁਐਸਚਨ ਕਰਨਾ ਤੇ ਮੇਰੇ ਨਾਲ ਤੁਸੀਂ ਜੁੜ ਸਕਦੇ ਹੋ। ਮੇਰਾ ਨੰਬਰ ਜੀ 647 293 2327। ਖਾਸ ਤੌਰ ਤੇ ਲਿਸਟਿੰਗ ਕਰਨੀ ਚਾਹੁੰਦੇ ਹੋ ਤੇ ਜ਼ਰੂਰ ਸੰਪਰਕ ਕਰੋ। ਤੁਸੀਂ ਜਲਦ ਪ੍ਰਾਪਰਟੀ ਵੇਚਣੀ ਹੈ, ਟੌਪ ਦੇ ਰਿਜ਼ਲਟ ਲੈਣੇ ਆ ਤੇ ਸਾਡੇ ਵਾਕਈ ਟੌਪ ਦੇ ਰਿਜ਼ਲਟ ਨੇ। ਅਸੀਂ ਪ੍ਰੂਵਡ ਸਾਡੇ ਰਿਜ਼ਲਟ ਨੇ GTA ਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਦੇ। ਹੈਵ ਅ ਵੰਡਰਫੁਲ ਡੇ ਸਾਰਿਆਂ ਨੂੰ। 905-600-1350 ਕੈਨੇਡੀਅਨ ਡਾਲਰ 79.65 ਅਮਰੀਕਨ ਡਾਲਰ ਦੇ ਨਾਲ ਟ੍ਰੇਡ ਹੋ ਰਿਹਾ। ਕੱਚੇ ਤੇਲ ਦੀਆਂ ਕੀਮਤਾਂ 60.17 6017 ਦੇ ਉੱਪਰ ਹੈ ਔਰ ਆਉਣ ਵਾਲੇ ਸਮੇਂ 'ਚ ਕੱਚੇ ਤੇਲ ਦੀਆਂ ਕੀਮਤਾਂ ਵਧਣੀਆਂ ਕਿਉਂਕਿ ਸਪਲਾਈ ਦੇ ਵਿੱਚ ਵੱਡੀ ਘਾਟ ਆਈ। ਸੋ ਤੁਹਾਡਾ ਕੋਈ ਸਵਾਲ ਕੁਐਸਚਨ ਹੈ ਤੇ ਜ਼ਰੂਰ ਸਾਡੇ ਨਾਲ ਗੱਲਬਾਤ ਕਰਨੀ ਹੈ। ਘਰਾਂ ਦੀਆਂ ਕੀਮਤਾਂ ਆਮ ਆਦਮੀ ਦੀ ਪਹੁੰਚ ਬਾਹਰ ਹਨ। ਜਿੱਥੇ ਸਰਕਾਰ ਕੁਝ ਕਰੇਗੀ ਜ਼ਰੂਰ ਸੈਲਰੀ ਲੀਡਰਾਂ ਨੂੰ ਪੁੱਛਣਾ ਜੀ, ਸੈਲਰੀ ਲੀਡਰਾਂ ਨੂੰ ਪੁੱਛਣੀ। ਭਾਈ ਸਾਹਿਬ ਕੁਐਸਚਨ ਕੋਈ ਵੈਲਿਡ ਕਰਿਆ ਕਰੋ ਤੁਸੀਂ। ਘਰਾਂ ਵਾਲਾ ਤੇ ਤੁਹਾਡਾ ਠੀਕ ਆ, ਸੈਲਰੀ ਪੁੱਛਣਾ ਅੱਜ ਬਜਟ ਕਰੀਏ ਕਿ ਸੈਲਰੀ ਕਰੀਏ ਦੱਸੋ ਮੈਨੂੰ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਵੈਰੀ ਮਚ। ਥੋੜੇ ਜਿਹੇ ਕਮਰਸ਼ੀਅਲ ਲੈਣੇ ਆ, ਹਾਜ਼ਰ ਹੁੰਦੇ ਆ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਔਰ 1 by 1 ਮੇਰੇ ਨਾਲ ਸਾਰੇ ਲੀਡਰ ਹੋਣਗੇ। ਮੈਨੂੰ ਮੈਸੇਜ ਕਰੋ, ਜ਼ਰੂਰ ਕਰੋ। ਥੈਂਕ ਯੂ ਤੁਹਾਡਾ ਸਾਰਿਆਂ ਦਾ। ਉਹ ਯਾਰ ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ? ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ। ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ, ਟਰਮ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ ਤੇ ਬੱਚਿਆਂ ਲਈ RESP। ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ 416 994 7272 416994 7272। ਓ ਜੀ ਪਰਸਨਲ ਇੰਜਰੀ ਲਾਇਰ ਹੀ ਹੈ, ਕਿਸੇ ਨੂੰ ਵੀ ਕੰਸਲਟ ਕਰ ਲਓ। ਕੀ ਫਰਕ ਪੈਂਦਾ ਹੈ? ਫਰਕ ਬਿਲਕੁਲ ਪੈਂਦਾ।
ਜੇਕਰ ਤੁਹਾਨੂੰ ਕਿਸੇ ਐਕਸੀਡੈਂਟ ਵਿੱਚ ਸੱਟ ਫੇਟ ਲੱਗੀ ਹੋਵੇ, ਸਲਿਪ ਐਂਡ ਫਾਲ ਜਾਂ ਲੌਂਗ ਟਰਮ ਡਿਸੇਬਿਲਿਟੀ ਕਲੇਮ ਹੋਵੇ, ਤਾਂ ਬੌਬੀ ਸਿੱਧੂ 16 ਸਾਲ ਤੋਂ ਵੀ ਜ਼ਿਆਦਾ ਅਤੇ ਪਾਰਟਨਰ ਹੈਰੀ ਸਟਾਈਮਨ ਸਿਵਲ ਲਿਟੀਗੇਸ਼ਨ ਸਪੈਸ਼ਲਿਸਟ 27 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਲੈ ਕੇ ਤੁਹਾਡੇ ਹੱਕਾਂ ਦੀ ਲੜਾਈ ਲਈ ਬਿਲਕੁਲ ਤਿਆਰ ਨੇ। ਐਂਡ ਯੂ ਓਨਲੀ ਪੇ ਅਪਨ ਸੈਟਲਮੈਂਟ ਫॉर exceptional service, benefits you're entitled to and settlement you deserve. Call the name you trust. Gursharan Bobby Sidhu 647-539-3020. ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ। ਮੁਬਾਰਕਾਂ ਤੁਹਾਨੂੰ। ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ। ਹੋਮਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ ਜੀ ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647 401 6565 647-401-6565। ਲਓ ਜੀ, ਚੱਕੋ ਫਿਰ ਖੁਸ਼ਖਬਰੀ। ਬ੍ਰੈਂਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਜਦੋਂ ਵੀ ਖਰੀਦਣਾ ਚਾਹੋ, ਬ੍ਰੈਂਟਨ ਵਿੱਚ ਇੰਡੀਅਨ ਫਰੂਟ ਲੈਂਡ ਦੀ 3 ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆਵੋ। ਚਾਹੇ 45 ਡਸਟ ਡਰਾਈਵ ਬ੍ਰੈਂਟਨ ਹੋਵੇ ਜਾਂ 15 ਫੈਂਡਰਵੇ ਬ੍ਰੈਂਟਨ, ਜਾਂ ਫਿਰ ਤੀਜੀ ਤੇ ਨਵੀਂ ਲੋਕੇਸ਼ਨ ਇੰਡੀਅਨ ਫਰੂਟ ਲੈਂਡ ਹੀ ਕਿਉਂ ਨਾ ਹੋਵੇ, 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਟਨ। ਤੇ ਤਿੰਨੋਂ ਲੋਕੇਸ਼ਨਾਂ ਤੇ ਤੁਹਾਡੀ ਸਾਰਿਆਂ ਦੀ ਫੇਵਰੇਟ ਤੰਦੂਰੀ ਗ੍ਰਿਲ ਮੀਟ ਸ਼ਾਪ ਵੀ ਅਵੇਲੇਬਲ। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900। ਉਹ ਕੀ ਗੱਲ ਮੌਂਟੂ, ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ। ਗੱਲ ਕੀ ਹੈ ਯਾਰ? ਮੈਂ ਗੱਡੀ ਚਾਉਂਦਾ ਹੋਇਆ ਜਸ ਭੁੱਲਰ ਦਾ ਨਾਂ ਸੁਣਦਾ ਪਿਆ। ਇਹ ਉਹੀ ਹੈ ਨਾ ਜਿਹੜੇ ਕਿ 24 ਘੰਟਿਆਂ ਵਿੱਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਨੇ? ਬਿਲਕੁਲ ਸਹੀ ਪਛਾਣਿਆ, ਤੇ ਨਾਲੇ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ। ਉਹ ਮੇਰਾ ਕੇਸ ਵੀ ਤਾਂ ਜਸ ਭੁੱਲਰ ਨੇ ਸਿਰੇ ਚਾੜਿਆ। ਫਰਸਟ ਜਾਂ ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡਿੰਗ, ਟਰੱਕ ਲੋਨ, ਹੈਵੀ ਮਸ਼ੀਨਰੀ। ਜੇ ਤੈਨੂੰ ਬਿਜ਼ਨਸ ਲੋਨ ਦੀ ਵੀ ਲੋੜ ਹੈ ਨਾ, ਉਹਦਾ ਹੱਲ ਵੀ ਜਸ ਭੁੱਲਰ ਦੇ ਕੋਲ ਹੈ। ਉਹ ਯਾਰ ਜਦ ਤੈਨੂੰ ਇੰਨਾ ਪਤਾ, ਨੰਬਰ ਵੀ ਦੇ ਫਿਰ, ਲੱਕ ਕਰ ਨੋਟ ਫਿਰ। 4167322611 416-732-2611। ਲਾइसेंस नंबर M12000176। ਜਸ ਭੁੱਲਰ ਨਾ ਯਾਦ ਰੱਖੀ। Hi, I'm Andrea Horvath, leader of the official opposition Ontario NDP caucus. People across Peel region are tired and burnt out by this pandemic. But we can take action right now to give people the help and hope that they need. Action like paid sick days for all workers. The Ontario NDP caucus is fighting for you with real solutions to help everyday Peel families, working people, small businesses, and seniors. We can prioritize people's health over money and politics. Let's get this done. ਇਹ ਹੈ ਰੇਡੀਓ ਸਾਊਥ ਏਸ਼ੀਅਨ ਵੌਇਸ, ਤੁਹਾਡੇ ਆਪਣੇ ਹੋਸਟ ਕੁਲਵਿੰਦਰ ਸਿੰਘ ਛੀਨਾ ਨਾਲ। ਸਭ ਦਾ ਸਵਾਗਤ ਪ੍ਰਾਈਮ ਟਾਈਮ ਸ਼ੋ ਰੇਡੀਓ ਸਾਊਥ ਏਸ਼ੀਅਨ ਵੌਇਸ। ਆਜੋ ਜੁੜ ਜੋ, ਲੰਘੋ ਸਾਰੇ ਜਣੇ ਸਾਡੇ ਨਾਲ ਭਾਈ, ਬਾਕੀਆਂ ਨੂੰ ਵੀ ਨਾਲ ਜਰੂਰ ਜੋੜੋ ਤਾਂ ਕਿ ਆਪਾਂ ਕੁਝ ਆਪਣੇ ਮੁੱਦਿਆਂ ਤੇ ਗੱਲ ਕਰੀਏ, ਪ੍ਰੈਕਟੀਕਲੀ ਮੁੱਦਿਆਂ ਤੇ ਗੱਲ ਕਰੀਏ, ਤਾਂ ਕਿ ਸਾਨੂੰ ਆਉਣ ਵਾਲਾ ਸਮਾਂ ਜਿਹੜਾ ਸਾਡਾ ਵਧੀਆ ਤੇ ਖੁਸ਼ਗਵਾਰ ਹੋਵੇ। ਇਸ ਮੁਲਕ ਨੂੰ ਹੋਰ ਗ੍ਰੇਟ ਬਣਾਉਣ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ। ਅੱਜ ਕੋਈ 4-5 ਲੀਡਰ ਸਾਡੇ ਨਾਲ ਜਵਾਬਦੇਹ ਹੋਣਗੇ। ਇੱਕ ਵਾਰੀ ਫੇਰ ਅਨਾਉਂਸ ਕਰਦਾ, ਮੇਰੇ ਨਾਲ ਬ੍ਰੈਂਪਟਨ ਦੇ ਮੇਅਰ ਪੈਟਰੋ ਬਰਾਊਨ ਹੋਣਗੇ ਔਰ ਐਸੋਸੀਏਟ ਮਿਨਿਸਟਰ ਪਰਮਜੀਤ ਸਿੰਘ ਸਰਕਾਰੀਆ ਹੋਣਗੇ, ਨਾਲ MPP ਵੀ ਨੇ ਔਰ MPP ਗੁਰਰਤਨ ਸਿੰਘ ਹੋਣਗੇ ਆਪੋਜੀਸ਼ਨ ਪਾਰਟੀ ਵੱਲੋਂ, NDP ਵੱਲੋਂ, ਤੇ ਨਾਲ ਅਮਰਜੋਤ ਸਿੰਘ ਸੰਧੂ ਹੋਣਗੇ। ਇਹਨਾਂ ਸਾਰਿਆਂ ਨਾਲ ਗੱਲਬਾਤ ਕਰਾਂਗੇ। ਇੱਕ ਅੱਧਾ ਕਾਉਂਸਲਰ ਵੀ ਲੈਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਤੁਹਾਡੇ ਕੋਲ ਸਵਾਲ ਹੈ ਤੁਸੀਂ ਸਾਨੂੰ ਭੇਜ ਸਕਦੇ ਹੋ 647-293-2327 647-293-2327। ਸੋ ਇਹਨਾਂ ਸਾਰਿਆਂ ਨਾਲ ਬਰੀਫਲੀ ਗੱਲਬਾਤ ਹੋਏਗੀ ਔਰ ਕਾਫੀ ਸਾਰੇ ਸਵਾਲ ਹੈ ਮੇਰੇ ਕੋਲ ਇਹਨਾਂ ਨੂੰ ਪੁੱਛਣ ਲਈ ਡੈਫੀਨੇਟਲੀ। ਸੋ ਬਰੀਫਲੀ ਝਾਤ ਮਾਰਦੇ ਹਾਂ ਅੱਜ ਅੰਟਾਰੀਓ ਦਾ ਬਜਟ ਕੀ ਕਹਿੰਦਾ ਹੈ। ਸਭ ਤੋਂ ਪਹਿਲਾਂ ਦੱਸੀਏ, ਅੰਟਾਰੀਓ ਨੇ 33.1 ਬਿਲੀਅਨ ਘਾਟੇ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਹੈ। ਪ੍ਰੋਜੈਕਸ਼ਨ ਜਿਹੜੀ ਆ ਇਹ ਫਾਈਨੈਂਸ ਮਿਨਿਸਟਰ ਕਹਿੰਦੇ ਨੇ ਕਿ 2029 ਤੱਕ ਇਹ ਪੂਰਾ ਹੋਣ ਦੀ ਸੰਭਾਵਨਾ ਹੈ। 2029 ਦੇ ਉੱਪਰ ਪਿਛਲੇ ਸਾਲ ਇਹ ਘਾਟਾ 38.5 ਬਿਲੀਅਨ ਸੀਗਾ। ਸੋ 186.1 ਬਿਲੀਅਨ ਦੀ ਇਸ ਸਾਲ ਦੀ ਨਵੀਂ ਸਪੈਂਡਿੰਗ ਜਿਹੜੀ ਹੈਗੀ ਆ ਉਹ ਐਡ ਕੀਤੀ ਗਈ ਆ। ਔਰ ਤੁਹਾਨੂੰ ਦੱਸੀਏ ਕਿ ਮੋਰ ਦੈਨ 100 ਬਿਲੀਅਨ ਜਿਹੜਾ ਨਵਾਂ ਡੈਟ ਆ ਉਹ ਇਸ ਸਾਲ ਦੇ ਕੋਵਿਡ ਪੈਂਡੇਮਿਕ ਦੇ ਸਪੈਂਡਿੰਗ ਕਰਕੇ ਜਿਹੜਾ ਉਹ ਹੋਵੇਗਾ ਜੀ। ਬਜਟ ਅਨੁਸਾਰ ਅੰਟਾਰੀਓ ਸਰਕਾਰ ਜਿਹੜੀ ਆ ਵੱਡੀ ਸਪੈਂਡਿੰਗ ਜਿਹੜੀ ਆ ਹੈਲਥ ਕੇਅਰ ਤੇ ਕਰਨ ਜਾ ਰਹੀ ਆ। ਹੈਲਥ ਕੇਅਰ ਨੂੰ ਲੈ ਕੇ ਉਹ ਕਾਫੀ
ਚਿੰਤਤ ਦਿਖਾਈ ਦੇ ਰਹੀ ਹੈ ਔਰ ਉਹਨਾਂ ਦਾ ਬਜਟ ਦੱਸ ਰਿਹਾ ਹੈ ਕਿ ਉਹ ਜੋ ਉਹਨਾਂ ਨੇ ਪੇਸ਼ ਕੀਤਾ ਹੈ ਕਿ ਅਸੀਂ ਹੈਲਥ ਕੇਅਰ ਨੂੰ ਜ਼ਿਆਦਾ ਧਿਆਨ ਦੇ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ $1.8 ਬਿਲੀਅਨ ਹੈਲਥ ਕੇਅਰ ਤੇ ਸਪੈਂਡਿੰਗ ਹੈ। $650 ਮਿਲੀਅਨ ਜਿਹੜਾ ਲੌਂਗ ਟਰਮ ਕੇਅਰ ਸੈਂਟਰਸ ਤੇ ਜਿਹੜਾ ਇੱਕ ਜ਼ਿਆਦਾ ਸੀਗਾ ਉਹਦੇ ਤੇ ਸਪੈਂਡਿੰਗ ਹੈ। ਇਸ ਤੋਂ ਇਲਾਵਾ ਦੱਸੀਏ ਕਿ ਹਸਪੀਟਲ ਜਿਹੜੀ ਐਸੋਸੀਏਸ਼ਨ ਆ ਡਾਕਟਰਾਂ ਦੀ ਮੈਡੀਕਲ ਐਸੋਸੀਏਸ਼ਨ ਜਿਹੜੀ ਆ ਉਹ ਇਸ ਤੋਂ ਕਾਫੀ ਪੋਜ਼ਿਟਿਵ ਆ ਔਰ ਉਹਨਾਂ ਨੇ ਸਰਕਾਰ ਦਾ ਇਹਦੇ ਲਈ ਧੰਨਵਾਦ ਕੀਤਾ। ਜਿੰਨੀਆਂ ਟੀਚਰ ਯੂਨੀਅਨਸ ਨੇ ਉਹਨਾਂ ਨੇ ਗੱਲ ਕਹੀ ਹੈ ਕਿ ਸਰਕਾਰ ਨੇ ਇਸ ਦੇ ਉੱਪਰ ਕੁਝ ਨਹੀਂ ਕੀਤਾ। ਸਰਕਾਰ ਨੇ ਜਿਹੜੇ ਨਵੇਂ ਉਹਨਾਂ ਦਾ ਬਜਟ ਹੈ ਉਹਦੇ ਵਿੱਚ ਐਜੂਕੇਸ਼ਨ ਤੇ ਸਪੈਂਡਿੰਗ ਜਿਹੜੀ ਆ ਉਹਦਾ ਬਿਲਕੁਲ ਖਿਆਲ ਨਹੀਂ ਕੀਤਾ। ਸਾਰੀਆਂ ਯੂਨੀਅਨਸ ਜਿਹੜੀਆਂ ਨੇ FOI E2F ਜਿੰਨੀਆਂ ਵੀ ਯੂਨੀਅਨਸ ਨੇ ਉਹਨਾਂ ਨੇ ਇਹਦੇ ਤੇ ਸਰਕਾਰ ਨੂੰ ਸਲੈਮ ਕੀਤੀ ਹੈ। ਇਹਦੇ ਤੇ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਇਹ ਵੀ ਦੱਸ ਦਈਏ ਕਿ ਅੱਜ ਹੀ ਅੰਟਾਰੀਓ ਸਰਕਾਰ ਜਿਹੜੀ ਡਿਸਟੈਂਸ ਐਜੂਕੇਸ਼ਨ ਆ ਜਿਹੜੀ ਆਨਲਾਈਨ ਆ ਉਹ ਉਸ ਨੂੰ ਸਤੰਬਰ ਤੱਕ ਲੈ ਕੇ ਜਾਏਗੀ। ਬਰੈਂਪਟਨ ਦੇ ਮੇਅਰ ਦਾ ਬਿਆਨ ਜਿਹੜਾ ਉਹ TV ਚੈਨਲਸ ਕਾਫੀ ਜਿਹੜਾ ਉਹ ਉਜਾਗਰ ਕਰ ਰਿਹਾ ਉਹਦੇ ਤੇ ਗੱਲ ਕਰਾਂਗੇ। ਵੈਸੇ ਮੋਸਟਲੀ ਮੇਅਰ ਜਿਹੜੇ ਨੇ ਉਹ ਇਸ ਬਜਟ ਤੋਂ ਖੁਸ਼ ਨੇ। ਕਿਹੜਾ ਮੇਅਰ ਕੀ ਕਹਿੰਦਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਪੋਜੀਸ਼ਨ ਲੀਡਰ ਐਂਡਰੀਆ ਹਾਰਵਥ ਜਿਹੜੇ ਆ ਉਹਨਾਂ ਨੇ ਇਸ ਬਜਟ ਦੀ ਨਿਖੇਧੀ ਕੀਤੀ ਆ ਔਰ ਇਸ ਦੀ ਬਿਲਕੁਲ ਪ੍ਰੇਜ਼ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਅੰਟਾਰੀਓ ਦੇ ਲੋਕਾਂ ਦਾ ਬਿਲਕੁਲ ਖਿਆਲ ਨਹੀਂ ਕੀਤਾ ਗਿਆ। ਉਹਦੇ ਲਿਬਰਲ ਲੀਡਰ ਸਟੀਵਨ ਡੈਲ ਡੂਕਾ ਨੇ ਵੀ ਆਪਣੇ ਵਿਚਾਰ ਰੱਖਿਆ। ਉਹਨਾਂ ਨੇ ਵੀ ਇਸ ਬਜਟ ਨੂੰ ਟੋਟਲੀ ਰੱਦ ਕੀਤਾ ਤੇ ਗ੍ਰੀਨ ਪਾਰਟੀ ਦੇ ਲੀਡਰ ਮਾਈਕ ਜਿਹੜੇ ਆ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਬਜਟ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਆ। ਸੋ ਇਹਦੀ ਸਾਰੀ ਆਪਾਂ ਗੱਲਬਾਤ ਕਰਨੀ ਹੈ ਔਰ ਇਹਦੀ ਡਿਟੇਲਸ ਤੁਹਾਡੇ ਨਾਲ ਕਰਾਂਗੇ ਸਾਂਝੀ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 905-601-1350। ਗੁਰਰਤਨ ਸਿੰਘ ਸਾਡੇ ਨਾਲ ਜੁੜ ਗਏ ਨੇ। ਇਹ ਹੈਗੇ ਨੇ ਬਰੈਂਪਟਨ ਈਸਟ ਤੋਂ MPP ਨੇ ਔਰ ਅੱਜ ਸਾਡੇ ਨਾਲ ਹਾਜ਼ਰ ਹੋ ਗਏ ਨੇ। ਉਹਨਾਂ ਨਾਲ ਆਪਾਂ ਇੰਗਲਿਸ਼ ਪੰਜਾਬੀ ਚ ਮਿਕਸ ਗੱਲਬਾਤ ਕਰਾਂਗੇ ਔਰ ਮੇਜਰ ਸਾਡੀ ਗੱਲਬਾਤ ਉਹਨਾਂ ਦੇ ਨਾਲ ਹੋਣੀ ਆ ਅੰਟਾਰੀਓ ਦੇ ਬਜਟ ਨੂੰ ਔਰ ਸਪੈਸ਼ਲ ਕੰਸਲਟੇਸ਼ਨ ਕਰਨੀ ਗੁਰਰਤਨ ਸਿੰਘ ਇਸ ਨੂੰ ਲੈ ਕੇ ਕਿ ਬਰੈਂਪਟਨ ਦੀ ਜਿਹੜੀ ਮੰਗ ਸੀ ਉਹ ਕੱਲ ਆਪਣੀ ਵੀਡੀਓ ਜਾਰੀ ਕਰ ਚੁੱਕੇ ਆ। ਉਹਦੇ ਆਧਾਰ ਤੇ ਆਪਾਂ ਉਹਨਾਂ ਨਾਲ ਗੱਲ ਕਰਨੀ ਆ ਕਿਉਂਕਿ ਜਿੰਨੇ ਵੀ ਹੁਣ ਤੱਕ ਅੰਟਾਰੀਓ ਦੇ ਲੀਡਰ ਨੇ ਉਹ ਸਭ ਨੂੰ ਵੱਧ ਗੁਰਰਤਨ ਸਿੰਘ ਨੇ ਬਰੈਂਪਟਨ ਦੇ ਮੁੱਦਿਆਂ ਨੂੰ ਲੈ ਕੇ ਗੱਲ ਕੀਤੀ, ਖਾਸ ਤੌਰ ਤੇ ਹੈਲਥ ਕੇਅਰ ਨੂੰ ਲੈ ਕੇ। ਸੋ ਸਾਡੇ ਪ੍ਰਾਊਡ ਸਪਾਂਸਰ ਚ ਗੁਰਸ਼ਨ ਬਾਬੀ ਸਿੱਧੂ ਜੁੜਨਗੇ, ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ। ਨਾਲ ਦੀ ਨਾਲ ਨਿਊ ਮਿਲੇਨੀਅਮ ਚੈਟ ਸੈਂਟਰ, ਨਾਲ ਦੀ ਨਾਲ ਆਲ ਕਾਈਂਡ ਇੰਸ਼ੋਰੈਂਸ, ਹੋਮ ਲਾਈਫ ਸਿਲਵਰ ਸਿਟੀ, EGI ਟਰਾਂਸਪੋਰਟ, ਇੰਡੀਅਨ ਫਰੂਟ ਲੈਂਡ ਤੰਦੂਰੀ ਗ੍ਰਿਲ ਮੇਰ ਸਾਹਿਬ, ਜਸਪੁਲਰ ਮੌਰਗੇਜ ਬ੍ਰੋਕਰ, ਮੈਟਰੋ ਇਮੀਗ੍ਰੇਸ਼ਨ ਤੇ ਨਾਲ ਦੀ ਨਾਲ ਪਲੈਨਡ ਫਾਈਨੈਂਸ਼ੀਅਲ ਤੇ ਗੱਲ ਕਰਦੇ ਆਪਾਂ ਗੁਰਰਤਨ ਸਿੰਘ ਉਹਨਾਂ ਦੇ ਨਾਲ। ਤੇ ਬਹੁਤ ਬਹੁਤ ਸ਼ੁਕਰੀਆ ਗੁਰਰਤਨ, ਵੈਰੀ ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ। ਹਾਂਜੀ ਸ਼ੀਨਾ ਸਾਹਿਬ, ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਰਤਨ ਸਿੰਘ ਜੀ, ਤੁਹਾਨੂੰ ਦੋ ਤਿੰਨ ਸਵਾਲ ਕਰਨੇ ਆ ਅਸੀਂ। ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਅੰਟਾਰੀਓ ਗਵਰਨਮੈਂਟ ਕਹਿ ਰਹੀ ਹੈ ਕਿ ਬਰੈਂਪਟਨ ਨੂੰ ਅਸੀਂ ਨਵਾਂ ਹਸਪੀਟਲ ਦੇ ਦਿੱਤਾ ਹੈ। ਤੁਸੀਂ ਆਪਣੀ ਵੀਡੀਓ 'ਚ ਵੀ ਕਿਹਾ ਹੈ ਔਰ ਮੈਂ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਥਰਡ ਹਸਪੀਟਲ ਬਰੈਂਪਟਨ ਦਾ ਤੁਸੀਂ ਮੰਗ ਰਹੇ ਹੋ। ਇਹ ਕਹਿੰਦੇ ਕਿ ਸੈਕੰਡ ਹਸਪੀਟਲ ਜਿਹੜਾ ਅਸੀਂ ਉਸ ਨੂੰ 24 ਆਵਰ ਕਰ ਦਿੱਤਾ, ਪੀਲ ਮੈਮੋਰੀਅਲ ਹਸਪੀਟਲ ਨੂੰ। ਸੋ ਤੁਸੀਂ ਇਹਦੇ ਬਾਰੇ ਸਾਨੂੰ ਦੱਸੋ ਕਿ ਤੁਸੀਂ ਇਹਦੇ ਤੋਂ ਨਾ ਖੁਸ਼ ਕਿਉਂ ਅੰਟਾਰੀਓ ਦੇ ਇਸ ਐਕਸਪੈਂਡਿੰਗ ਤੋਂ? ਹਾਂਜੀ, ਸੋ ਕੱਲ ਕੰਸਰਵ ਸਰਕਾਰ ਨੇ ਉਹਨਾਂ ਦੇ ਬਜਟ ਪੇਸ਼ ਕੀਤਾ ਸੀਗਾ। ਆਈ ਰੈਡ ਦ ਬਜਟ, ਆਈ ਵੈਂਟ ਥਰੂ ਇਟ, ਤੇ ਜਦੋਂ ਅਸੀਂ ਡੀਟੇਲਸ ਬਾਰੇ ਪੜ੍ਹਦੇ ਆ ਕੀ ਗੱਲਾਂ ਨੇ, ਇੱਕ ਤਾਂ ਸਾਨੂੰ ਪਤਾ ਕਿ ਬਰੈਂਪਟਨ ਦੇ ਵਿੱਚ ਐਮਰਜੈਂਸੀ ਰੂਮ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿਉਂਕਿ ਇਸ ਟਾਈਮ ਤੇ in our city of over 600,000 people ਸਾਡੇ ਕੋਲ ਸਿਰਫ ਇੱਕ ਐਮਰਜੈਂਸੀ ਰੂਮ, ਤੇ ਜੇ ਅਸੀਂ ਇੱਕ ਨਵਾਂ ਹਸਪਤਾਲ ਲਾ ਕੇ ਆਉਣਾ ਉਹਦੇ ਵਿੱਚ ਇੱਕ ਬਹੁਤ ਜ਼ਰੂਰੀ ਚੀਜ਼ ਹੈ ਕਿ 24 hours ਐਮਰਜੈਂਸੀ ਰੂਮ ਹੋਣਾ ਚਾਹੀਦਾ। ਇਸ ਬਜਟ ਦੇ ਵਿੱਚ ਫਿਰ ਮੈਮੋਰੀਅਲ ਵਾਸਤੇ ਕੁਛ ਨਹੀਂ ਲਿਖਿਆ ਐਮਰਜੈਂਸੀ ਰੂਮ ਦੇ ਬਾਰੇ। ਇੱਕ ਕੋਈ ਪ੍ਰੋਮਿਸ ਹੈ ਜੋ ਕੁਝ ਕੰਸਰਵ ਸਰਕਾਰ ਨੇ ਲਿਖਿਆ ਹੋਇਆ, ਉਹ ਕਹਿੰਦੇ ਨੇ ਕਿ ਉਹ ਇੱਕ ਇਨਪੇਸ਼ੈਂਟ ਵਿੰਗ ਉਹ ਲਾ ਕੇ ਆਉਣਾ ਫਿਰ ਮੈਮੋਰੀਅਲ ਵਾਸਤੇ। ਪਰ ਉਸ ਬਜਟ ਦੇ ਵਿੱਚ ਨਾ ਕੋਈ ਟਾਈਮਲਾਈਨ ਦੱਸਿਆ ਹੋਇਆ ਕਿ ਕਦੋਂ ਲਾ ਕੇ ਆਉਣਾ, ਨਾ ਕੋਈ ਪੈਸੇ ਦੇ ਬਾਰੇ ਗੱਲ ਕੀਤਾ ਹੋਇਆ ਕਿ ਉਹ ਇਸ ਦਿਨ ਤੱਕ ਜਾਂ ਇੰਨਾ ਪੈਸੇ ਇਨਵੈਸਟ ਕਰਨੇ ਆ। ਸੋ they put no details at all, nothing about the timeline. They have nothing about how much they're investing. Okay, ਮੈਂ ਤੁਹਾਨੂੰ ਇੱਥੇ ਇੰਟਰਪਟ ਕਰਨਾ, ਪਲੀਜ਼ ਟੇਕ ਅ ਪਾਜ਼। ਤੁਹਾਨੂੰ ਲੱਗਦਾ ਕਿ ਜਿਹੜੀ ਡਾਲਰ ਅਮਾਉਂਟ ਆ ਉਹ ਰਾਈਟ ਵੇ ਸਰਕਾਰ ਵੱਲੋਂ ਜਾਰੀ ਕਰਨੀ ਜ਼ਰੂਰੀ ਸੀ? ਦੇ ਕੈਨ ਅਨਾਉਂਸ ਇਟ ਲੇਟਰ ਔਰ ਦੇ ਸ਼ੁੱਡ ਬੀ ਔਨ ਦ ਸੇਮ ਟਾਈਮ? ਦੇਖ ਲਓ ਸ਼ੀਨਾ ਸਾਹਿਬ, ਇਹ ਬਜਟ ਦਾ ਕਾਰਨ ਹੈ, ਇਹ ਬਜਟ ਦਾ ਮਤਲਬ ਹੈ। The budget is supposed to show the government is spending ਸਾਰੇ ਬਾਕੀ ਹੋਰ ਏਰੀਆ ਦੇ ਵਿੱਚ ਉਹ ਲਿਖਿਆ ਹੋਇਆ specific detail, ਉਹ ਇਸ ਹਸਪਤਾਲ ਵਾਸਤੇ ਇਹਨਾਂ ਪੈਸੇ ਇਨਵੈਸਟ ਕਰਨੇ ਆ, ਜਾਂ ਉਹਦਾ ਟਾਈਮਲਾਈਨ ਇੱਕ ਹੋਰ ਹਸਪਤਾਲ ਵਾਸਤੇ
they are really clearly said what their timeline is. But हमेशा उन्होंने ब्रैम्पटन ਨੂੰ ਪਿੱਛੇ ਰੱਖਦੇ बहुत vague details now. Like they didn't put anything. They've presented no explanation of when and how much they're investing in Brampton. The main ਗੱਲ ਇਹੀ ਹੈ ਉਹ ਸਾਡੇ emergency room ਦੇ ਬਾਰੇ ਮੈਂ ਇਸ ਗੱਲ ਤੇ ਉੱਤੇ ਮੈਂ ਬਹੁਤ ਜ਼ਿਆਦਾ focus ਕਰਨੀ ਹੈ ਕਿਉਂਕਿ everyone knows in Brampton that right now when you get sick ਤੁਸੀਂ Brampton Civic ਨੂੰ ਜਾ ਸਕਦੇ ਹੋ ਤੇ ਉੱਥੇ ਬਹੁਤ ਲੰਬੇ wait times ਹੁੰਦੇ ਕਿਉਂਕਿ 6 ਲੱਖ ਤੋਂ ਜ਼ਿਆਦਾ ਬੰਦੇ ਵਾਸਤੇ ਸਿਰਫ ਇੱਕ emergency room ਸਾਡੇ ਸਾਰੇ ਸ਼ਹਿਰ ਦੇ ਵਿੱਚ ਜੇ ਉਹ ਹੁਣ ਇੱਕ ਅਪਗ੍ਰੇਡ ਦੇਣਾ Peel Memorial ਵਾਸਤੇ ਜੇ ਉਸ ਅਪਗ੍ਰੇਡ ਦੇ ਵਿੱਚ ਕੋਈ emergency room ਹੈ ਨਹੀਂ ਫਿਰ ਅਸੀਂ ਉਸ ਅਪਗ੍ਰੇਡ ਨੂੰ ਕਿੱਦਾਂ hospital ਕਹਿ ਸਕਦੇ ਮੇਰੇ ਹਿਸਾਬ ਦੇ ਨਾਲ ਇਹ hospital ਨਹੀਂ ਹੈ ਜਦੋਂ ਤੱਕ ਉਹ emergency room ਨਹੀਂ ਲਾ ਕੇ ਆਉਂਦਾ Peel Memorial ਦੇ ਵਿੱਚ ਤੇ ਆਪ ਮੈਂ ਖੁਦ ਪ੍ਰੀਮੀਅਰ ਸਾਹਿਬ ਨੂੰ ਇਸ ਕੁਐਸਚਨ ਨੂੰ ਪੁੱਛਣਾ ਅੱਜ ਕੁਐਸਚਨ ਪੀਰੀਅਡ ਦੇ ਵਿੱਚ because this is wrong. Brampton has been left behind for too long and we need the investment in our city. ਗੁਰਤਨ ਮੈਂ ਟੀਵੀ ਚੈਨਲਸ ਦੇਖ ਰਹੇ ਹਾਂ ਜਿੰਨੇ ਮੇਜਰ ਟੀਵੀ ਚੈਨਲਸ ਨੇ ਉਹ ਇਸ ਗੱਲ ਨੂੰ ਹਾਈਲਾਈਟ ਕਰ ਰਿਹਾ ਕਿ ਬਰੈਂਪਟਨ ਦਾ ਮੇਅਰ ਥੈਂਕਫੁਲ ਆ 24/7 ਐਮਰਜੈਂਸੀ ਪੀਲ ਮੈਮੋਰੀਅਲ ਹਸਪੀਟਲ ਦੇ ਖੋਲਣ ਲਈ ਮੇਅਰ ਸਾਹਿਬ ਦਾ ਟਾਈਮ ਮੇਰੇ ਨਾਲ ਹੈਗਾ ਉਹ ਵੀ ਮੇਰੇ ਨਾਲ ਜੁੜਨਗੇ ਬਰੈਂਪਟਨ ਦੇ ਮੇਅਰ ਪਰ ਤੁਸੀਂ ਕਹਿ ਰਹੇ ਹੋ ਕਿ ਉਹ ਫੁੱਲ ਫਲੈਸ਼ ਨਹੀਂ ਹੈਗਾ ਹਾਊ ਕੈਨ ਯੂ ਡਿਫਾਈਨ ਦੈਟ ਹਾਂਜੀ ਸੋ ਦੇਖੋ ਸੀਨੀਅਰ ਸਾਹਿਬ ਮੈਂ ਆਪ ਨਹੀਂ ਕਹਿੰਦਾ ਤੁਸੀਂ ਹੁਣ ਮੈਂ ਰੈਫਰੈਂਸ ਕਰ ਸਕਦਾ ਸਿਟੀ ਨਿਊਜ਼ ਉਹਦੇ ਆਰਟੀਕਲ ਵਿੱਚ ਇਦਾਂ ਸਿਰਫ ਲਿਖਿਆ ਕਿ ਇੱਕ ਇਨਪੇਸ਼ੈਂਟ ਵਿੰਗ ਆਉਣਾ ਉਹਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਅਬਾਊਟ ਅ ਸਪੈਸਿਫਿਕ ਹਸਪੀਟਲ ਔਰ ਐਮਰਜੈਂਸੀ ਰੂਮ ਉਹ ਸਿਰਫ ਕਹਿੰਦੇ ਨੇ ਕਿ ਦੇ ਅਪਗ੍ਰੇਡਿੰਗ ਵਿਦ ਐਨ ਇਨਪੇਸ਼ੈਂਟ ਵਿੰਗ ਜਦੋਂ ਅਸੀਂ ਸੀਟੀਵੀ ਨਿਊਜ਼ ਉਹਨੂੰ ਵੀ ਉਹਦੇ ਵਿੱਚ ਸਾਫ਼ ਲਿਖਿਆ ਕਿ ਦੇ ਬ੍ਰਿੰਗਿੰਗ ਐਨ ਇਨਪੇਸ਼ੈਂਟ ਵਿੰਗ ਬਟ ਐਮਰਜੈਂਸੀ ਰੂਮ ਹੈ ਨਹੀਂ ਉਸ ਡਿਟੇਲਸ ਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਇਹ ਵੀ ਸਾਰੀ ਜਿਹੜੇ ਮੇਨ ਸਟ੍ਰੀਮ ਮੀਡੀਆ ਇਹ ਵੀ ਲਿਖਿਆ ਹੋਇਆ ਕਿ there's no timeline and there is no money amount that they've said. So ਉਹ ਕਿੱਦਾਂ announcement ਕਰ ਸਕਦਾ ਹੈ ਜੇ ਕਿ budget ਦੇ ਵਿੱਚ they're not telling us how much they're investing and when they are going to complete the project. So ਮੈਂ ਆਪ ਨਹੀਂ ਕਹਿੰਦਾ ਤੇ ਮੈਂ ਸਾਰੇ viewers ਨੂੰ ਵੀ ਕਹਿੰਦਾ ਤੁਸੀਂ ਆਪ budget ਖੋਲੋ ਤੇ ਜਦੋਂ ਤੁਸੀਂ ਆਪ search ਸਕਦੇ ਹੋ ਉਹਦੇ ਵਿੱਚ ਸਿਰਫ 2-3 ਲਾਈਨ ਲਿਖਿਆ ਹੋਇਆ ਕਿ ਇੱਕ inpatient wing ਲਾ ਕੇ ਆਉਣਾ but no timeline, no money and main thing no emergency room. ਓਕੇ ਗੁਰਤਨ ਤੁਸੀਂ ਤੇ ਤੁਹਾਡੀ ਪਾਰਟੀ ਤੁਹਾਡੇ ਲੀਡਰ ਐਂਡਰਿਆ ਹੌਰਵਿਥ ਤੁਸੀਂ ਬਾਰ-ਬਾਰ ਕੁਈਨਸ ਪਾਰਕ ਤੇ ਕਹਿ ਰਹੇ ਹੋ ਕਿ ਬਰੈਂਪਟਨ ਨੂੰ ਜਿਹੜਾ ਡਾਲਰ ਅਮਾਉਂਟ ਹੈ ਜੋ ਬੈਲੈਂਸ ਸਪੈਂਡਿੰਗ ਹੈ ਉਹ ਨਹੀਂ ਮਿਲ ਰਹੀ ਸੋ ਇਸ ਜਿਹੜਾ ਬਜਟ ਹੈ ਉਹਦੇ ਵਿੱਚ ਬਰੈਂਪਟਨ ਨੂੰ ਕੋਈ ਸਪੈਸ਼ਲ ਪੈਕੇਜ ਕਿਉਂਕਿ ਗਰੋਇੰਗ ਸਿਟੀ ਆ ਔਰ ਇੱਥੇ ਹੈਲਥ ਕੇਅਰ ਐਜੂਕੇਸ਼ਨ ਦਾ ਹਾਲ ਬਹੁਤ ਮਾੜਾ ਮੈਂ ਖੁਦ ਫੀਲ ਕਰਦਾ ਇਹ ਸਿਟੀ ਜਿਹੜਾ ਬਿਲਕੁਲ ਪਛੜਿਆ ਹੋਇਆ ਇਸ ਨੂੰ ਲੈ ਕੇ ਇਸ ਨੂੰ ਕੋਈ ਸਪੈਸ਼ਲ ਕੁਝ ਮਿਲਿਆ ਅਮਾਉਂਟ ਕੋਈ ਡਾਲਰ ਅਮਾਉਂਟ ਸੋ ਸਾਡੇ ਹਮੇਸ਼ਾ ਮੰਗ ਇਹੀ ਸੀ ਸ਼ੁਰੂ ਤੋਂ ਮੰਗ 3 ਨੇ ਇੱਕ ਤਾਂ ਜਿਹੜੇ ਸ਼ਹਿਰ ਦੇ ਵਿੱਚ 6 ਲੱਖ ਤੋਂ ਜ਼ਿਆਦਾ ਬੰਦੇ ਰਹਿੰਦੇ ਸਾਡੇ ਕੋਲ 3 ਹਸਪਤਾਲ ਹੋਣਾ ਚਾਹੀਦਾ ਸੋ ਬਜਟ ਦੇ ਵਿੱਚ ਇੱਕ ਕਮਿਟਮੈਂਟ ਹੋਣਾ ਚਾਹੀਦਾ ਇੱਕ ਤੀਜਾ ਨਵਾਂ ਹਸਪਤਾਲ ਵਾਸਤੇ ਦੂਜਾ ਮੰਗ ਇਹ ਸੀ ਕਿ Peel Memorial ਇੱਕ ਵਾਕਈ ਐਕਚੁਅਲ ਹਸਪਤਾਲ ਕਿਉਂਕਿ Peel Memorial ਹੁਣ ਇੱਕ ਹੈਲਥ ਸੈਂਟਰ ਹੈ ਅਸੀਂ Peel Memorial ਨੂੰ ਇੱਕ ਹਸਪਤਾਲ ਬਣਾਉਣਾ ਨਾਲ ਦੇ ਨਾਲ ਇੱਕ ਐਮਰਜੈਂਸੀ ਰੂਮ ਦੇ ਨਾਲ ਕਿਉਂਕਿ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਹੁਣ ਰਾਤ ਨੂੰ ਜੇ ਬੰਦਾ ਬਿਮਾਰ ਹੁੰਦਾ ਉਹਨੂੰ ਫਿਰ ਵੀ they're just going to still go to Brampton Civic ਤੇ ਤੀਜਾ ਸਾਡਾ ਮੰਗ ਇਹੀ ਸੀ ਹਮੇਸ਼ਾ ਕਿ Brampton Civic is still underfunded ਅਸੀਂ Brampton Civic ਵੀ ਵਧੀਆ ਫੰਡਿੰਗ ਦੇਣਾ ਤੇ ਅਸੀਂ ਉਹਨੂੰ ਪੂਰਾ full-fledged fully funded hospital ਬਣਾਉਣਾ ਚਾਹੀਦਾ ਇਹ ਸਾਡੇ 3 ਮੰਗ ਨੇ and we put it on the government all the budget ਹੈ ਉਹ ਸਾਨੂੰ ਦਿਖਾਉਣਾ ਚਾਹੀਦਾ ਕਿ ਉਹ how much are they going to invest in Brampton and when they're going to invest in it. Is budget ਦੇ ਵਿੱਚ ਕੁਛ ਨਹੀਂ ਲਿਖਿਆ. There are so few details. ਤੁਸੀਂ ਆਪ ਸ਼ਿੰਨਾ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ open up the budget, search Brampton and you'll see ਸਾਰੇ budget ਦੇ ਵਿੱਚ ਮੇਰੇ ਖਿਆਲ 8 ਵਾਰੀ Brampton ਦਾ ਨਾਮ ਲਿਖਿਆ ਸਿਰਫ 8 ਵਾਰੀ ਸਾਰੇ budget ਦੇ ਵਿੱਚ ਤੇ there's no commitment for money, no commitment for timelines and no emergency room in Brampton. ਗੁਰਤਨ ਮੇਰਾ 2 ਛੋਟੇ ਸਵਾਲ ਆ ਇੱਕ ਤਾਂ ਤੁਸੀਂ ਦੱਸੋ ਕਿ ਜਿਹੜਾ ਮੈਡੀਕਲ ਸਕੂਲ ਕੈਂਪਸ ਦੀ ਰੇਅਰਸਰ ਯੂਨੀਵਰਸਿਟੀ ਦੇ ਨਾਲ ਬਰੈਂਪਟਨ ਚ ਅਨਾਉਂਸਮੈਂਟ ਹੋਈ ਆ ਉਹਦੇ ਪ੍ਰਤੀ ਤੁਸੀਂ ਸੈਟੀਸਫਾਈ ਹੋ ਸੋ ਜਦੋਂ ਅਸੀਂ ਉਹ ਅਨਾਉਂਸਮੈਂਟ ਗੱਲ ਕਰਦੇ ਨੇ even about the universities about the potential university same ਗੱਲ ਉੱਥੇ ਵੀ ਹੁੰਦਾ ਨਾ ਕੋਈ ਟਾਈਮਲਾਈਨ ਦੱਸਿਆ ਹੋਇਆ ਨਾ ਦੱਸਿਆ ਹੋਇਆ ਕਿ ਕਿੰਨੇ ਪੈਸੇ ਇਨਵੈਸਟ ਕਰਨੀ ਹੈ they say they're going to support looking into bringing in a university ਕਹਿਣ ਮਤਲਬ ਉਹ ਸਿਰਫ ਉਹ ਕਹਿੰਦੇ ਨੇ ਹਾਂਜੀ ਅਸੀਂ ਇਸ ਗੱਲ ਨਾਲ ਸਹਿਮਤ ਹਾਂ
ਤੇ ਅਸੀਂ ਥੋੜੇ ਜਿਹੇ ਪੈਸੇ ਪਾਉਣਗੇ to look into research ਕਰਨ ਲਈ ਕਿ ਅਸੀਂ ਕਿੱਦਾਂ ਤੇ ਕਦੋਂ ਬਣਾਉਣਾ, but they have not made a commitment to say ਹਾਂਜੀ ਇਸ ਦਿਨ ਤੱਕ ਇੱਕ ਬਰੈਂਪਟਨ ਦੇ ਵਿੱਚ ਅਸੀਂ ਇੱਕ ਯੂਨੀਵਰਸਿਟੀ ਲਾ ਕੇ ਆਉਣਾ। Brampton has been left behind for years, Sheena Saab. ਤੁਹਾਨੂੰ ਪਤਾ, ਸਾਰੇ viewers ਨੂੰ ਪਤਾ। ਤੇ ਸਾਨੂੰ ਇੱਕ decisive, Brampton ਇੱਕ crisis ਦੇ ਵਿੱਚ ਹੈ। We are in a healthcare crisis. ਤੇ crisis ਦੇ ਵਿੱਚ ਤੁਹਾਨੂੰ immediate action ਦੀ ਲੋੜ ਹੈ। So ਸਾਨੂੰ ਇਹੀ ਚਾਹੁੰਦੇ ਸੀ, ਸਾਡਾ ਆਸ ਸੀ ਕਿ ਇਸ ਬਜਟ ਦੇ ਵਿੱਚ there was going to be a clear, very clear investment and clear timelines. ਪਰ ਇਹਦੇ ਵਿੱਚ ਕੁਝ ਨਹੀਂ ਲਿਖਿਆ। ਉਹ ਸਿਰਫ ਇਹ ਲਿਖਿਆ ਕਿ we want to bring these things one point, but no details, no timeline, no commitment. ਗੁਰਤਨ, ਪਤਾ ਲੱਗਾ ਕਿ ਕੱਲ ਜਿਹੜੇ ਪ੍ਰੀਮੀਅਰ ਡਗ ਫੋਰਡ ਆ ਬ੍ਰੈਂਪਟਨ ਆ ਰਹੇ ਆ ਅਨਾਉਂਸਮੈਂਟ ਕਰਨ ਲਈ, ਤੁਹਾਨੂੰ ਕੀ ਲੱਗਦਾ ਉਹ ਕਲੀਅਰ ਅਨਾਉਂਸਮੈਂਟ ਕਰਨਗੇ? ਸੋ ਮੇਨ ਗੱਲ ਇਹੀ ਹੈ, ਅਸੀਂ ਵਿਰੋਧੀ ਪਾਰਟੀ ਹੈ ਤੇ ਸਾਡਾ ਜ਼ਿੰਮੇਵਾਰੀ ਹੈ ਕਿ ਜੋ ਕੁਝ ਪ੍ਰੀਮੀਅਰ ਸਾਹਿਬ ਨੂੰ ਜੋ ਕੁਝ ਪ੍ਰੀਮੀਅਰ ਸਾਹਿਬ ਪੇਸ਼ ਕਰਦਾ, we have to analyze that and we have to look at that. So when we look at the budget right now, ਜਿਹੜੇ ਮੇਰੇ ਸਬੂਤ ਹੈ, I can just, that's all the information I have to look at. ਤੇ ਜਦੋਂ ਅਸੀਂ budget ਨੂੰ ਦੇਖਦੇ ਹਾਂ, we see it is lacking. They have no investment for Brampton's healthcare. They have no emergency room. And this is the main place that the government should be. This is the main place Doug Ford should be showing his priorities. But ਉਹ ਕੀਤਾ ਨਹੀਂ. So I'm very dissatisfied, and I don't know about the future, but I can say right now, there's nothing in the budget for Brampton. Okay, I got a question for you. They told me ਅਮਰਜੋਤ ਨੇ ਇੰਸ਼ੋਰੈਂਸ ਨਹੀਂ ਲੈਂਦੀ। 에ਅਰ ਬ੍ਰੇਕ ਦਾ ਜਿਹੜਾ ਬਿੱਲ ਲੈ ਕੇ ਆਇਆ ਅਮਰਜੋਤ ਸੰਧੂ, ਕਹਿੰਦੇ ਕਿ ਤੁਸੀਂ ਉਹਦੀ ਸਪੋਰਟ ਕਰੋ ਕੁਈਨਸ ਪਾਰਕ ਦੇ ਉੱਪਰ। ਇਸ ਕੁਐਸਚਨ ਫॉर ਯੂ। ਹਾਂਜੀ, ਸੋ ਜਦੋਂ ਅਸੀਂ 에ਅਰ ਬ੍ਰੇਕ ਦੇ ਬਾਰੇ ਗੱਲ ਕਰਦੇ, ਮੈਂ ਹਮੇਸ਼ਾ ਜਿਹੜਾ ਟਰੱਕਰ ਦਾ ਮੰਗ ਨੇ, ਜਿਹੜੇ ਟਰੱਕਰ ਦੇ ਇਸ਼ੂਜ਼ ਨੇ, I always meet with the community and I'll talk to them, and ਮੈਂ ਹਮੇਸ਼ਾ ਸਾਡਾ ਪੋਜੀਸ਼ਨ ਇਹੀ ਹੈ ਕਿ we're ready to support the community. ਪਰ ਮੈਂ ਇੱਕ ਹੋਰ ਵੀ ਗੱਲ ਕਹਿਣਾ ਚਾਹੁੰਦਾ ਕਿ ਬਾਕੀ ਹੋਰ ਬ੍ਰੈਂਪਟਨ ਦੇ ਮਸਲੇ, ਜਦੋਂ ਅਸੀਂ ਆਟੋ ਇੰਸ਼ੋਰੈਂਸ ਬਾਰੇ ਗੱਲ ਕਰਦੇ, there's nothing in this budget about auto insurance. ਜਦੋਂ ਅਸੀਂ ਇਹਦੇ ਵਿੱਚ ਥੋੜੇ ਲਿਖਿਆ ਹੋਇਆ about they might bring in a university for medicine, ਪਰ ਜਦੋਂ ਅਸੀਂ ਆਮ ਯੂਨੀਵਰਸਿਟੀ ਬਾਰੇ ਗੱਲ ਕਰਦੇ, ਇਹਦੇ ਵਿੱਚ ਕੁਝ ਨਹੀਂ ਲਿਖਿਆ। ਸੋ ਬਾਕੀ ਹੋਰ ਜਿਹੜਾ ਮੈਂ ਇਸ ਕੁਐਸਚਨ ਨੂੰ ਅਮਰਜੋਤ ਨੂੰ present ਕਰਦਾ ਕਿ will he support bringing in funding for a hospital? Will he support lowering car insurance? ਕਿਉਂਕਿ ਉਹਦੇ ਕੋਲ 3 ਸਾਲ ਸੀ ਤੇ ਇਸ 3 ਸਾਲ ਦੇ ਵਿੱਚ ਉਹ ਕੁਝ ਕੀਤੇ ਨਹੀਂ ਬ੍ਰੈਂਪਟਨ ਵਾਸਤੇ। ਪੁੱਛਦੇ ਅਮਰਜੋਤ ਨੂੰ ਇਸ ਬਾਰੇ। ਥੈਂਕ ਯੂ ਗੁਰਤਨ, ਥੈਂਕ ਯੂ ਵੈਰੀ ਮਚ। ਕੀ ਤੇ ਕੋਈ ਬਰੀਫਲੀ ਤੁਸੀਂ ਸਾਡੇ ਜਿੰਨੇ ਵੀ ਵਿਊਅਰਸ ਨੇ, ਸਾਡੇ ਲਿਸਨਰ ਨੇ, ਕੁਝ ਕਹਿਣਾ ਚਾਹੋ? ਹਾਂਜੀ, ਐਂਡ ਦੇ ਵਿੱਚ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਬ੍ਰੈਂਪਟਨ ਪਿਛਲੇ ਜਿਹੜੇ ਲਿਬਰਲ ਤੇ ਕੰਸਰਵੇਟਿਵਸ ਉਹ ਹਮੇਸ਼ਾ ਬ੍ਰੈਂਪਟਨ ਨੂੰ ਪਿੱਛੇ ਰੱਖਦੇ ਆ। ਤੇ ਹੁਣ ਦੇਖ ਲਓ, ਇਟਸ 2021, ਸਿਰਫ ਸਾਲ ਰਹਿ ਗਿਆ ਇਲੈਕਸ਼ਨ ਤੋਂ ਪਹਿਲਾਂ। ਸਾਲ ਇਲੈਕਸ਼ਨ ਤੋਂ ਪਹਿਲਾਂ ਡਗ ਫੋਰਡ ਉਹਦੇ ਬਜਟ ਵਿੱਚ ਇੱਕ ਛੋਟਾ ਜਿਹਾ ਪ੍ਰੋਮਿਸ ਸਾਨੂੰ ਦਿੱਤਾ, ਪਰ ਉਹਦੇ ਵਿੱਚ ਕੋਈ ਡਿਟੇਲਸ ਨਹੀਂ ਦਿੱਤਾ ਸਾਨੂੰ, ਕੋਈ ਫੰਡਿੰਗ ਕਮਿਟਮੈਂਟ ਤੇ ਮੇਨ ਚੀਜ਼ ਕੋਈ emergency room. Ask anyone, Sheena Saab, you will know how important another emergency room is in Brampton and how important another hospital is. So mera wada hai, my promise, I'm going to continue fighting for Brampton, and I'm going to continue fighting to make sure we get the investment in healthcare, and that means bringing an emergency room to Peel Memorial and a 3rd new hospital in Brampton. These are our demands from the Conservative government. Thank you very much for being here with me. Guratan, ਤੁਹਾਡਾ ਧੰਨਵਾਦ, ਤੁਸੀਂ ਸਵੇਰੇ ਮੇਰੇ ਨਾਲ ਜੁੜੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੀਨਾ ਸਾਹਿਬ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੁਰਤਨ ਸਿੰਘ ਸੀਗੇ, ਉਹਨਾਂ ਦੇ ਤੁਸੀਂ ਪੁਆਇੰਟ ਨੋਟ ਕਰੋ। ਇਹੋ ਪੁਆਇੰਟ ਅਸੀਂ ਹੁਣ ਜਿਹੜੀ ਸੱਤਾਧਾਰ ਸਰਕਾਰ ਹੈ ਉਹਨਾਂ ਨੂੰ ਪੁੱਛਣਾ ਹੈ ਤੇ ਬ੍ਰੈਂਪਟਨ ਦੇ ਮੇਅਰ ਨੂੰ ਵੀ ਪੁੱਛਾਂਗੇ। ਮੇਰੇ ਨਾਲ ਮੇਰੇ ਖਿਆਲ ਮਿਸਟਰ ਭਾਟੀਆ ਜੁੜ ਗਏ ਨੇ, ਮਾਰਗੇਜ ਬ੍ਰੋਕਰ ਨੇ, ਔਰ ਆਲਕਾਨ ਮਾਰਗੇਜ ਦੇ ਨਾਲ, ਅਕਾਲ ਮਾਰਗੇਜ ਦੇ ਨਾਲ। ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਭਾਟੀਆ ਸਾਹਿਬ, ਤੁਸੀਂ ਮੇਰੇ ਨਾਲ ਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਭ ਵੈਰੀ ਗੁੱਡ ਮਾਰਨਿੰਗ ਜੀ। ਵੈਰੀ ਗੁੱਡ ਮਾਰਨਿੰਗ ਭਾਟੀਆ ਸਾਹਿਬ। ਅੱਜ ਕੁਇਕ ਤੇ ਬਰੀਫ ਰੱਖਿਓ, ਤੁਹਾਨੂੰ ਪਤਾ ਮੁੱਦੇ ਬਹੁਤ ਭਾਰੀ ਅੱਜ। ਹਾਂਜੀ, ਮੁੱਦੇ ਵਧੀਆ ਨੇ ਤੁਹਾਡੇ। ਮੈਂ ਜਸ ਕੰਸਟਰਕਸ਼ਨ ਲੋਨ ਬਾਰੇ ਗੱਲ ਕਰਨਾ ਚਾਹੁੰਦਾ, ਜਿਨ੍ਹਾਂ ਨੇ ਭੈਣ ਭਰਾ ਨੇ ਆਪਣਾ ਘਰ ਬਣਾਉਣਾ ਹੈ ਸ਼ੁਰੂ ਤੋਂ, ਮਤਲਬ ਨਵੀਂ ਜਗ੍ਹਾ ਤੇ ਲੈ ਕੇ ਕੋਈ ਨਵਾਂ ਬ੍ਰਾਂਡ ਨਿਊ ਘਰ ਬਣਾਉਣਾ ਹੈ, ਜਾਂ ਉਸੇ ਘਰ ਨੂੰ ਜਗ੍ਹਾ ਨੂੰ ਪੁਰਾਣਾ ਬਹੁਤਾ ਹੋ ਗਿਆ ਉਹਨੂੰ ਤੋੜ ਕੇ ਤੇ ਨਵਾਂ ਸਿਰ ਤੋਂ ਬਣਾਉਣਾ ਹੈ, ਤੇ ਉਹਦੀ ਆਪਾਂ ਮੋਰਗੇਜ ਅਰੇਂਜ ਕਰਕੇ ਦਿੰਦੇ ਹਾਂ। ਮੋਰਗੇਜ ਇਹ ਜਿਹੜੀ ਹੁੰਦੀ ਹੈ, ਜਿੱਦਾਂ ਮੈਂ ਜਸਟ ਐਗਜ਼ਾਮਪਲ ਤੌਰ ਤੇ ਕਹਿੰਦਾ, ਮੰਨ ਲਓ 5 ਲੱਖ ਦੀ ਲਾਗਤ ਲੱਗੇਗੀ ਤੇ ਉਹ ਸਟਾਰਟਿੰਗ 'ਚ ਜੇ ਮੰਨ ਲਓ 1 ਲੱਖ ਦੇਣਾ, ਤਾਂ ਉਹਦੇ ਤੇ ਇੰਟਰਸਟ ਜਿਹੜੀ ਮੰਥਲੀ ਪੇਮੈਂਟ ਹੁੰਦੀ ਹੈ
ਉਹ ਵੀ ਅਰੇਂਜ ਕਰਕੇ ਉਹ ਵੀ ਵਿੱਚੋਂ ਨਿਕਾਲੀ ਜਾ ਸਕਦੀ ਹੈ, ਮਤਲਬ ਕਲਾਇੰਟ ਤੇ ਕੋਈ ਬਹੁਤਾ ਉਹਦੇ ਤੇ ਜ਼ੋਰ ਨਹੀਂ ਪੈਂਦਾ। ਠੀਕ ਹੈ ਜੀ। ਤੇ ਉਸ ਤੋਂ ਇਲਾਵਾ ਜੇ ਕੰਸਟਰਕਸ਼ਨ ਲੋਨ ਪੁਰਾਣੇ ਘਰ ਤੇ ਬਣਾਉਣਾ ਹੈ, ਜੇ ਉੱਤੇ ਮੋਰਟਗੇਜ ਆ, ਉਹ ਵੀ ਅਰੇਂਜ ਕਰਕੇ ਦਿੰਦੇ ਆ ਜੀ। ਕੰਸਟਰਕਸ਼ਨ ਲੋਨ ਇੱਕ ਐਡਾ ਕੋਈ ਹੈਸਲ ਵਾਲਾ ਔਖਾ ਕੰਮ ਨਹੀਂ ਹੈਗਾ। ਇਹਦੇ ਵਿੱਚ ਬਸ ਜਿਹੜੀ ਹੈ ਲੈਂਡਰ ਨਾਲ ਆਪਾਂ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੀ ਪ੍ਰੋਸੈਸ ਸਮਝਾ ਦਈਦਾ ਹੁੰਦਾ ਤੇ ਇਹ ਇੱਕ 4-5 ਫੇਜ਼ ਦੇ ਵਿੱਚ ਹੋ ਜਾਂਦਾ ਹੈ। ਠੀਕ ਹੈ। ਤੇ ਉਸ ਤੋਂ ਬਾਅਦ ਜਿਹੜਾ ਕੂਲਿੰਗ ਪੀਰੀਅਡ ਹੁੰਦਾ ਵੀ ਇੱਕ ਵਾਰ ਘਰ ਬਣ ਗਿਆ ਪੂਰਾ ਤੇ 60 ਡੇਜ਼ ਹੁੰਦੇ ਆ ਕਿ ਅਸੀਂ ਉਹਨਾਂ ਨੂੰ ਕਿੱਥੇ ਕਿਹੜੇ ਬੈਂਕ ਤੋਂ ਪ੍ਰਾਈਵੇਟ ਬੈਂਕ ਦੇ ਵਿੱਚ ਜਾ ਕੇ ਉਹਨਾਂ ਦੀ ਮੋਰਟਗੇਜ ਅਪਰੂਵ ਕਰਾ ਦਿੰਦੇ ਆ। ਤੇ ਇਹਦੇ ਲਈ ਕਿਸੇ ਨੇ ਜਾਣਕਾਰੀ ਦੇਣੀ ਹੋਵੇ ਕੰਸਟਰਕਸ਼ਨ ਲੋਨ ਬਾਰੇ ਜਾਂ ਫਸਟ ਸੈਕਿੰਡ ਜਾਂ ਰੀਫਾਈਨੈਂਸ ਜਾਂ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਬਾਰੇ ਜਾਣਕਾਰੀ ਲੈਣੀ ਹੋਵੇ, ਮੈਨੂੰ ਪਰਮਜੀਤ ਸਿੰਘ ਭਾਟੀਆ ਨੂੰ 6479823313 ਨਾਲ ਗੱਲ ਕਰ ਸਕਦੇ ਆ ਜੀ। 6479823313। ਥੈਂਕ ਯੂ। Thank you very much, Master Harjeet Singh ਹੋਣਾ ਦਾ ਮੈਸੇਜ ਹੈ, ਹਰਪ੍ਰੀਤ ਸਿੰਘ ਪੌਰ ਹੋਣਾ ਦਾ ਮੈਸੇਜ ਹੈ। We ask our sitting MPs why they are not thinking about insurance and university in Brampton in budget. Thanks regard। ਔਰ ਦੋ ਤਿੰਨ ਕੁਐਸਚਨ ਹੋਰ ਨੇ, ਸੋ ਇਹਨਾਂ ਸਾਰਿਆਂ ਨੂੰ ਆਪਾਂ ਨਾ ਰੱਖਦੇ ਹਾਂ। ਔਰ ਮੇਰੇ ਨਾਲ ਇਸ ਵਕਤ ਐਸੋਸੀਏਸ਼ਨ ਮਿਨਿਸਟਰ ਪਰਮਜੀਤ ਸਿੰਘ ਸਰਕਾਰੀਆ ਨੇ, ਸੋ ਇਹਨਾਂ ਨੇ ਜਿਹੜੇ ਐਫਰਟਸ ਕੀਤੇ ਨੇ, ਸੋ ਉਹਨਾਂ ਬਾਰੇ ਆਪਾਂ ਨੂੰ ਗੱਲ ਕਰਦੇ ਹਾਂ ਕਿ ਕੀ ਵਾਕਈ ਪ੍ਰੈਕਟੀਕਲੀ ਸਾਰਾ ਕੁਛ ਬਰੈਂਪਟਨ ਨੂੰ ਜਾਂ ਅੰਟਾਰੀਓ ਨੂੰ ਇਸ ਐਜੂਕੇਸ਼ਨ ਹੈਲਥ ਐਂਡ ਐਜੂਕੇਸ਼ਨ ਦੇ ਮਾਮਲੇ 'ਚ ਮਿਲੇਗਾ। ਪਰਮਜੀਤ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੇਰੇ ਨਾਲ ਜੁੜਨ ਲਈ। ਵੈਰੀ ਵੈਲਕਮ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਜੀ ਸ਼ਿੰਦਾ ਸਾਹਿਬ ਤੁਹਾਨੂੰ ਅਤੇ ਤੁਹਾਡੇ ਸਾਰੇ ਹੀ ਸੁਣ ਰਹੇ ਦਰਸ਼ਕਾਂ ਨੂੰ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੇ ਤੁਹਾਡਾ ਟਾਈਮ ਲੱਗਾ ਹੋਵੇ, ਗੁਰਰਤਨ ਸਿੰਘ ਨਾਲ ਮੇਰੀ ਗੱਲਬਾਤ ਤੁਸੀਂ ਸੁਣੀ ਪਰਮਜੀਤ? ਨਹੀਂ ਸੌਰੀ ਭਾਜੀ, ਮੇਰੇ ਕੋਲ ਤੁਹਾਡੀ ਪ੍ਰੀਵੀਅਸ ਇੰਟਰਵਿਊ ਨਹੀਂ ਸੁਣੀ ਗਈ ਸੀਗੀ ਜੀ। ਨਹੀਂ ਕੋਈ ਗੱਲ ਨਹੀਂ, ਉਹਦੇ ਆਧਾਰ ਤੇ ਮੈਂ ਤੁਹਾਨੂੰ ਕੁਐਸਚਨ ਕਰਨੇ ਆ। ਸਭ ਤੋਂ ਪਹਿਲਾਂ ਤੇ ਤੁਸੀਂ ਲਾਈਨ ਤੇ ਹੋ ਮੇਰੇ ਨਾਲ ਪਰਮਜੀਤ? ਤੁਹਾਡੀ ਆਵਾਜ਼ ਮੈਨੂੰ ਆ ਰਹੀ ਹੈ? ਹਾਂਜੀ ਹਾਂਜੀ, ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ? ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ ਜੀ। ਓਕੇ, ਦੈਟਸ ਗ੍ਰੇਟ। ਸੋ ਕੱਲ ਦਾ ਲਗਾਤਾਰ ਚਰਚਾ ਹੈ ਕਿ ਬਰੈਂਪਟਨ ਨੂੰ ਤੁਸੀਂ ਸੈਕੰਡ ਹਸਪੀਟਲ ਜਿਹੜਾ ਆ ਉਹ ਤੁਹਾਡੀਆਂ ਕੋਸ਼ਿਸ਼ਾਂ ਨਾਲ ਮਿਲ ਗਿਆ। ਇਹਦੀ ਥੋੜਾ ਕਲੀਅਰ ਕਰੋ। ਗੁਰਰਤਨ ਸਿੰਘ ਕਹਿ ਗਏ ਕਿ ਨਹੀਂ ਕਿ ਇਹ ਫੁੱਲ ਫਲੈਸ਼ ਹਸਪੀਟਲ ਨਹੀਂ ਆ, ਬਰੈਂਪਟਨ ਦੇ ਲੋਕਾਂ ਦੀ ਡਿਮਾਂਡ ਪੂਰੀ ਨਹੀਂ ਹੋਈ। ਹਾਊ ਯੂ ਕੈਨ ਡਿਫਾਈਨ ਦੈਟ? ਦੇਖੋ ਜੀ, ਕੱਲ ਆਪਣੇ ਪ੍ਰੀਮੀਅਰ ਡਗ ਫੋਰਡ ਨੇ ਅੰਟਾਰੀਓ ਦਾ ਬਜਟ ਪੇਸ਼ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਬਰੈਂਪਟਨ ਅਤੇ ਹੈਲਥ ਕੇਅਰ ਵੱਡੇ ਪੱਧਰ ਤੇ ਆਪਣੀ ਸਪੈਂਡਿੰਗ ਵਧਾਈ ਹੋਈ ਤੇ ਖਾਸ ਕਰਕੇ ਜੋ ਲੰਮੇ ਸਮੇਂ ਤੋਂ ਮੰਗ ਆ ਰਹੀ ਸੀ ਇੱਕ ਬਰੈਂਪਟਨ ਦੇ ਵਿੱਚ ਨਵਾਂ ਹਸਪੀਟਲ ਜਿਹੜਾ ਇਸ ਵਕਤ ਸਿਰਫ ਇੱਕ ਅਰਜੈਂਟ ਕੇਅਰ ਕਲੀਨਿਕ ਹੈਗਾ, ਉਸ ਦੇ ਵਿੱਚ ਪ੍ਰੀਮੀਅਰ ਡਗ ਫੋਰਡ ਨੇ ਉਹਨੂੰ ਫੁੱਲ ਫਲੈਸ਼ ਕਰਨ ਦੀ ਗੱਲ ਕੀਤੀ ਹੈਗੀ ਆ। ਜਿਹੜੀ ਬਜਟ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਇਸ ਵਕਤ, ਇੱਕ ਮੈਂ ਸਮਝਦਾ ਬਹੁਤ ਵੱਡੀ ਗੱਲ ਹੈਗੀ ਹੈ, ਜਿੱਥੇ ਲਿਖਿਆ ਗਿਆ ਹੈਗਾ ਜਿੱਥੇ ਇੱਕ $30 ਬਿਲੀਅਨ ਦਾ ਇਨਫਰਾਸਟ੍ਰਕਚਰ ਪਲਾਨ ਹੁੰਦਾ, ਉਹਦੇ ਵਿੱਚ ਹੋਰ ਵੀ ਕਈ ਹਸਪੀਟਲ ਜਿਹੜੇ ਹੈਗੇ ਅਨਾਉਂਸ ਕੀਤੇ ਗਏ ਆ ਵੀ ਜਿਹੜੇ ਆਪਣੇ ਬਜਟ ਦੇ ਵਿੱਚ $30 ਬਿਲੀਅਨ ਦੇ ਪਲਾਨ ਦੇ ਵਿੱਚ, ਉਸ ਦੇ ਵਿੱਚ ਜਿਹੜਾ ਪੀਐਲ ਮੈਮੋਰੀਅਲ ਜਿਹੜਾ ਹੈਗਾ ਇੱਥੇ ਆਪਣੇ ਬਰੈਂਪਟਨ ਦੇ ਵਿੱਚ, ਜਿੱਥੇ ਬਹੁਤ ਲੰਮੇ ਸਮੇਂ ਤੋਂ ਚਾਹੇ ਆਪਣੇ ਮੇਅਰ ਸਾਹਿਬ ਸੀਗੇ ਚਾਹੇ ਆਪਣੇ ਕਮਿਊਨਿਟੀ ਦੇ ਮੈਂਬਰ ਸੀਗੇ, ਉਸ ਦੇ ਵਿੱਚ ਉਹਨੂੰ ਫੁੱਲ ਫਲੈਸ਼ ਕਰਨ ਦੀ ਮੰਗ ਸੀਗੀ ਤੇ ਉਸ ਬਜਟ ਦੇ ਵਿੱਚ ਇਸ ਚੀਜ਼ ਨੂੰ ਪੇਸ਼ ਕੀਤਾ ਗਿਆ। ਚਾਹੇ ਤੁਸੀਂ ਬਜਟ ਨੂੰ ਆਪ ਵੇਖ ਲਓ, ਪੇਜ 50 ਤੇ 51 ਤੇ ਸ਼ਾਇਦ ਸੀਗਾ, ਉਹਦੇ ਵਿੱਚ ਲਿਖਿਆ ਹੋਰ ਵੀ ਕਈ ਥਾਵਾਂ ਦੇ ਉੱਤੇ ਉਹਦਾ ਜ਼ਿਕਰ ਕੀਤਾ ਗਿਆ। ਸੋ ਇਸ ਦੇ ਵਿੱਚ ਮੈਂ ਸਮਝਦਾ ਕਿ ਬਰੈਂਪਟਨ ਦੇ ਜਿੰਨੇ ਵੀ ਆਪਣੇ ਰੈਜ਼ੀਡੈਂਟਸ ਹੈਗੇ ਆ ਜਿਨ੍ਹਾਂ ਦੇ ਲੰਮੇ ਸਮੇਂ ਤੋਂ ਮੰਗ ਸੀਗੀ, ਉਹ ਇਸ ਬਜਟ ਦੇ ਰਾਹੀਂ ਪੂਰੀ ਕੀਤੀ ਜਾ ਰਹੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੀਮੀਅਰ ਡਗ ਫੋਰਡ ਹੋਰ ਇਸ ਦੇ ਉੱਤੇ ਆਪ ਡਿਟੇਲ ਦਿਓਗੇ, ਜਿਵੇਂ ਕਿ ਆਪਣਾ ਬਜਟ ਪ੍ਰੋਸੈਸ ਹੁੰਦਾ ਉਹਨੂੰ ਇੱਕ ਜਿਹੜੀ ਅਫੀਸ਼ੀਅਲ ਤੌਰ ਦੇ ਉੱਤੇ ਕਰਨ ਦੇ ਲਈ ਅਸੀਂ ਬਜਟ ਵਿੱਚ ਪਾਉਂਦੇ ਆ ਅਤੇ ਨਾਲ ਦੀ ਨਾਲ ਜੋ ਡਿਟੇਲ ਹੈਗੀਆਂ ਉਹ ਪ੍ਰੀਮੀਅਰ ਡਗ ਫੋਰਡ ਵੀ ਆਪਣੇ ਆਪ ਸਾਰੇ ਦਰਸ਼ਕਾਂ ਨਾਲ ਕਰਾਂਗੇ ਪੂਰੀਆਂ ਜਦੋਂ ਬਰੈਂਪਟਨ ਦੇ ਵਿੱਚ ਆ ਕੇ ਆਪਣੀ ਅਨਾਉਂਸਮੈਂਟ ਕਰਨਗੇ। ਪ੍ਰਾਈਮਿਕ ਮੈਨੂੰ ਪਤਾ ਲੱਗਾ ਤੁਹਾਡੇ ਬੌਸ ਮਿਸਟਰ ਫੋਰਡ ਕੱਲ ਬਰੈਂਪਟਨ ਆ ਰਹੇ ਆ ਇਸ ਤੋਂ। ਦੇਖਿਓ, ਆਉਣ ਵਾਲੇ ਦਿਨਾਂ ਦੇ ਵਿੱਚ ਜੋ ਬਜਟ ਦਾ ਜਿਹੜੇ ਐਲਾਨ ਕੀਤੇ ਹੁੰਦੇ ਆ ਉਹਨਾਂ ਦੇ ਉੱਤੇ ਜਦੋਂ ਅਸੀਂ ਹੋਰ ਗੱਲਬਾਤ ਜਾਰੀ ਕਰਦੇ ਆ ਉਹਦੇ ਉੱਤੇ ਡਿਟੇਲ ਦਿੰਦੇ ਹੈਗੇ ਆ। ਉਸ ਦੇ ਲਈ ਡਗ ਫੋਰਡ ਸਾਹਿਬ ਸਾਰੇ ਹੀ ਸ਼ਹਿਰਾਂ ਦੇ ਵਿੱਚ ਜਾਓਗੇ ਤੇ ਅਸੀਂ ਉਮੀਦ ਰੱਖਦੇ ਵੀ ਆਉਣ ਵਾਲੇ ਦਿਨ ਦੇ ਵਿੱਚ ਵੀ ਇੱਥੇ ਆਪਣੇ ਬਰੈਂਪਟਨ ਦੇ ਵਿੱਚ ਆਓਗੇ ਤੇ ਹੋਰ ਜਾਣਕਾਰੀ ਦਿਓਗੇ ਇਸ ਪ੍ਰੋਜੈਕਟ ਦੇ ਉੱਤੇ, ਜੋ ਕਿ ਬਹੁਤ ਹੀ ਲੰਮੇ ਸਮੇਂ ਤੋਂ ਆਪਣੇ ਸਾਰੇ ਬਰੈਂਪਟਨ ਦੇ ਵਿੱਚ ਆਪਣੀ ਮੰਗ ਸੀਗੀ। ਸੋ ਮੈਂ ਸਮਝਦਾ ਵੀ ਜੋ ਅਸੀਂ ਕਹਿ ਸਕਦੇ ਹਾਂ ਵੀ ਕਿ ਪਿਛਲੇ 15 ਸਾਲਾਂ ਦੀਆਂ ਮੰਗਾਂ ਸੀਗੀਆਂ ਇਸ ਹਸਪੀਟਲ ਦੇ ਉੱਤੇ, ਉਹ ਪ੍ਰੀਮੀਅਰ ਡਗ ਫੋਰਡ ਜਦੋਂ ਆਪ ਅਨਾਉਂਸ ਕਰਨਗੇ ਉਹਦੇ ਵਿੱਚ ਉਹ ਪੂਰੀਆਂ ਹੋ ਚੁੱਕੀਆਂ।
ਸੋ ਜਿਹੜਾ ਪੀਲ ਮੈਮੋਰੀਅਲ ਹਸਪੀਟਲ ਆ, ਜਦੋਂ ਉਹਨੂੰ ਫੁੱਲ ਫਲੈਸ਼ ਹਸਪੀਟਲ ਬਣਾਉਣਾ, ਡੈਫੀਨੇਟਲੀ 24/7 ਮੈਡੀਕਲ ਐਮਰਜੈਂਸੀ ਵੀ ਓਪਨ ਹੋਏਗੀ, ਉਸ ਦੀ ਬਿਲਡਿੰਗ ਨੂੰ ਐਕਸਪੈਂਡ ਕੀਤਾ ਜਾਊਗਾ। ਇਸ ਤਰ੍ਹਾਂ ਹੋਣ ਜਾ ਰਿਹਾ। ਇਸ ਵਿੱਚ ਜਿੰਨੇ ਵੀ ਸਾਡੇ ਸਾਰੇ ਡਿਟੇਲ ਹੁੰਦੇ ਆ ਜੀ, ਉਹ ਅਸੀਂ ਡਗਫੋਰਡ ਪ੍ਰੀਮੀਅਰ ਡਗਫੋਰਡ ਵੱਲੋਂ ਦਵਾਵਾਂਗੇ। ਬਹੁਤ ਜ਼ਿਆਦਾ ਉਮੀਦ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੀ, ਜਿਹੜੇ ਸਾਡੇ ਵਿਲੀਅਮ ਆਸਲਰ ਹੈਲਥ ਸਿਸਟਮਸ ਹੈਗੇ, ਉਹਨਾਂ ਨੇ ਵੀ ਇਹੀ ਆਪਣੀਆਂ ਸਬਮਿਸ਼ਨ ਜਿਹੜੀਆਂ ਹੈਗੀਆਂ ਪ੍ਰੋਵਿੰਸ ਨੂੰ ਕੀਤੀਆਂ ਹੋਈਆਂ ਵੀ ਸਾਨੂੰ ਬਰੈਂਪਟਨ ਨੂੰ ਕੀ ਲੋੜ ਹੈਗੀ ਆ, ਕੀ ਕੁਛ ਚਾਹੀਦਾ ਹੈਗਾ। ਜਦੋਂ ਅਸੀਂ 24/7 ਦੀ ਗੱਲ ਕਰਦੇ, ਅਸੀਂ ਬੈਡਸ ਦੀ ਗੱਲ ਕਰਦੇ ਹਾਂ, ਅਸੀਂ ਕਿੰਨੇ ਅਮਾਊਂਟ ਹੋਣਾ ਚਾਹੀਦਾ, ਸਾਰਾ ਕੁਛ ਜਿਹੜਾ ਹੈਗਾ ਉਹ ਪੀਐਲ ਜਿਹੜੇ ਆਪਣੇ ਵਿਲੀਅਮ ਆਸਲਰ ਹੈਗੇ ਆ, ਉਹ ਪ੍ਰੋਵਿੰਸ ਨੂੰ ਸਬਮਿਸ਼ਨ ਕਰ ਦਿੱਤੇ। ਉਹਨਾਂ ਦੀ ਸਬਮਿਸ਼ਨ ਜਿਹੜੀ ਹੈਗੀ ਉਹ ਇਸ ਵਕਤ ਜਿੱਥੇ ਆਪਣੇ ਬਜਟ ਦੇ ਵਿੱਚ ਐਲਾਨ ਕੀਤੀ ਗਈ ਹੈ, ਉਸ ਦੇ ਵਿੱਚ ਅਸੀਂ ਉਹਨੂੰ ਵਾਅਦਾ ਪੂਰਾ ਕੀਤਾ ਵੀ ਅਸੀਂ ਉਹਨੂੰ ਕੰਪਲੀਟ ਕਰਾਂਗੇ। ਅਤੇ ਸਾਡੇ ਜਿਹੜਾ $30 ਬਿਲੀਅਨ ਸਿਰਫ ਇਸ ਸਾਲ ਦੇ ਵਿੱਚ ਹੀ ਅਸੀਂ $3 ਬਿਲੀਅਨ ਹੋਰ ਵਧਾਇਆ, ਕਿਉਂਕਿ ਸਾਨੂੰ ਅਸੀਂ ਸਮਝਦੇ ਹੈਗੇ ਹਾਂ ਵੀ ਜਿਹੜਾ ਹਸਪੀਟਲ ਇੰਫਰਾਸਟਰਕਚਰ ਜਿਹਨੂੰ ਬਹੁਤ ਲੰਮੇ ਸਮੇਂ ਤੋਂ ਇਗਨੋਰ ਕੀਤਾ ਗਿਆ, ਉਸ ਨੂੰ ਪੂਰਾ ਕੀਤਾ ਜਾਊਗਾ। ਅਤੇ ਆਪਣੇ ਸਾਡੇ ਮੇਅਰ ਸਾਹਿਬ ਵੀ ਇਸ ਦੇ ਉੱਤੇ ਬਹੁਤ ਖੁਸ਼ ਨੇਗੇ। ਸੋ ਮੈਂ ਸਮਝਦਾ ਵੀ ਕਈ ਵਾਰ ਜਿਹੜੇ ਵਿਰੋਧੀ ਪਾਰਟੀਆਂ ਹੁੰਦੀਆਂ, ਉਹਨਾਂ ਦਾ ਜ਼ਰੂਰ ਜ਼ਿੰਮੇਵਾਰੀ ਵੀ ਕਈ ਵਾਰ ਬਣਦੀ ਹੈ ਵੀ ਹਰ ਇੱਕ ਚੀਜ਼ ਨੂੰ ਕ੍ਰਿਟਿਸਾਈਜ਼ ਕਰਨਾ, ਪਰ ਮੈਂ ਸਮਝਦਾ ਜਦੋਂ ਇਹੋ ਜਿਹੀ ਇੰਨੀ ਵੱਡੀ ਜਿੱਤ ਆਵੇ ਬਰੈਂਪਟਨ ਦੀ, ਆਪਾਂ ਨੂੰ ਸਾਰਿਆਂ ਨੂੰ ਇਹਦੇ ਉੱਤੇ ਇੱਕ ਥੈਂਕਫੁਲ ਹੋਣਾ ਚਾਹੀਦਾ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਡਿਟੇਲ ਹੈਗੇ, ਜਿਵੇਂ ਕਿ ਹਰ ਇੱਕ ਬਜਟ ਵਿੱਚ ਹੁੰਦਾ, ਤੁਸੀਂ ਉਹਦੇ ਵਿੱਚ ਜਿੰਨੇ ਵੀ ਹਸਪੀਟਲ ਐਲਾਨ ਕੀਤੇ ਗਏ ਉਹਨਾਂ ਦਾ ਡਿਟੇਲ ਜਿਹੜਾ ਹੈਗਾ ਉਹ ਬਾਅਦ ਵਿੱਚ ਪ੍ਰੀਮੀਅਰ ਸਾਹਿਬ ਆਪ ਦਿੰਦੇ ਹੁੰਦੇ ਆ। ਸੋ ਇਹੋ ਜਿਹੀ ਕੋਈ ਗੱਲ ਨਹੀਂ ਵੀ ਜਿੱਥੇ ਪੂਰਾ ਪ੍ਰੋਸੈਸ। ਤੁਹਾਡੀ ਗੱਲ ਨੂੰ ਥੋੜਾ ਜਿਹਾ ਹੋਰ ਮੈਂ ਮਤਲਬ ਕਲੀਅਰ ਕਰਨਾ ਚਾਹਾਂ ਕਿ ਜਿਹੜਾ ਡਾਲਰ ਅਮਾਊਂਟ ਆ, ਉਹ ਦਾ ਟਾਈਮ ਆਫ ਬਜਟ ਜਿਹੜਾ ਅਨਾਉਂਸ ਕਰਨਾ ਜ਼ਰੂਰੀ ਨਹੀਂ ਹੈ ਕਿ ਕਿੰਨਾ ਡਾਲਰ ਅਮਾਊਂਟ ਕਿੱਥੇ ਸਪੈਂਡ ਕੀਤਾ ਜਾਊਗਾ। ਉਹਦੇ ਵਿੱਚ ਤੁਸੀਂ ਅਸ਼ੀਨਾ ਸਾਹਿਬ ਆਪ ਦੇਖ ਸਕਦੇ, ਜਿੱਥੇ ਜਿੰਨੇ ਵੀ ਹਸਪੀਟਲ ਲੱਗੇ ਹੈਗੇ ਪ੍ਰੋਜੈਕਟ, ਸਾਡੇ ਇੱਕ ਵਿੰਜ਼ਰ ਐਸੈਕਸ ਵਿੱਚ ਵੀ ਅਸੀਂ ਅਨਾਉਂਸ ਕੀਤਾ, ਉੱਥੇ ਵੀ ਇੱਕ ਵੱਡਾ ਹਸਪੀਟਲ ਆਇਆ ਹੈਗਾ। ਅਸੀਂ ਮਿਸਿਸਾਗਾ ਨਾਲ ਵੀ ਗੱਲ ਕਰ ਰਹੇ ਹਾਂ, ਹੋਰ ਵੀ ਕਈ ਆਪਣੇ ਸ਼ਹਿਰਾਂ 'ਚ ਗੱਲ ਕਰ ਰਹੇ। ਉਹਦੇ ਵਿੱਚ ਕਿਸੇ ਦੇ ਵਿੱਚ ਡਾਲਰ ਅਮਾਊਂਟ ਨਹੀਂ ਹੁੰਦਾ, ਉਹਨੂੰ ਇਹ ਐਲਾਨ ਕੀਤਾ ਜਾਂਦਾ ਵੀ ਇਹ ਸਾਡੀਆਂ ਪ੍ਰਾਇਓਰਿਟੀ ਪ੍ਰੋਜੈਕਟਸ ਹੈਗੀਆਂ, ਜਿਸ ਦੇ ਵਿੱਚ ਅਸੀਂ $30 ਬਿਲੀਅਨ ਜਿਹੜਾ ਹੈਗਾ ਆਉਣ ਵਾਲੇ ਸਾਲਾਂ ਦੇ ਵਿੱਚ ਲਾਉਣਾ ਅਤੇ ਬਣਾਉਣਾ। ਸੋ ਇਹ ਬਜਟ ਪ੍ਰੋਸੈਸ ਇਦਾਂ ਹੀ ਚੱਲਦਾ ਹੁੰਦਾ, ਸੋ ਹਰ ਕੋਈ ਵੀ ਤੁਸੀਂ ਬਜਟ ਵੇਖ ਲਓ, ਉਸ ਦੇ ਵਿੱਚ ਆਪਣਾ ਇਦਾਂ ਪ੍ਰੋਸੈਸ ਚੱਲਦਾ। ਉਸ ਦੇ ਨਾਲ ਹੋਰ ਵੀ ਬਹੁਤ ਵਧੀਆ ਨਿਊਜ਼ ਆਈ ਹੈਗੀ ਆਪਣੇ ਬਰੈਂਪਟਨ ਸਿਟੀ ਵਾਸਤੇ, ਤੇ ਉਹਦੇ ਵਿੱਚ ਵੀ ਅਸੀਂ ਚਾਹੇ ਅਸੀਂ ਮੈਡੀਕਲ ਯੂਨੀਵਰਸਿਟੀ ਦੀ ਗੱਲ ਕਰਦੇ ਉਸਨੂੰ ਸਟੱਡੀ ਕਰਨ ਦੇ ਲਈ, ਅਸੀਂ ਜਦੋਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਵੀ ਪੇਰੈਂਟਸ ਵਾਸਤੇ ਅਪ ਟੂ ਗ੍ਰੇਡ 12 ਹਰ ਇੱਕ ਚਾਈਲਡ ਵਾਸਤੇ $400 ਦਾ ਐਲਾਨ ਕੀਤਾ ਗਿਆ। ਜਦੋਂ ਅਸੀਂ ਸਮਾਲ ਬਿਜ਼ਨਸ ਦੀ ਗੱਲ ਕਰਦੇ, ਜਿੱਥੇ ਸਮਾਲ ਬਿਜ਼ਨਸ ਗ੍ਰਾਂਟ ਦਿੱਤਾ ਗਿਆ ਸੀ, ਜਿਹੜੇ ਆਲਰੇਡੀ ਅਪਲਾਈ ਕਰ ਚੁੱਕੇ ਉਹਨਾਂ ਨੂੰ ਆਟੋਮੈਟਿਕਲੀ ਇੱਕ ਹੋਰ ਪੇਮੈਂਟ ਅਪ ਟੂ ਜਿੰਨੀ ਉਹਨਾਂ ਨੂੰ ਪਹਿਲਾਂ ਮਿਲੀ ਸੀ ਉਹਨਾਂ ਨੂੰ ਵੀ ਆਟੋਮੈਟਿਕਲੀ ਹੋਰ ਮਿਲੂਗੀ। ਟੂਰਿਜ਼ਮ ਦੀ ਅਸੀਂ ਗੱਲ ਕਰਦੇ $100 ਮਿਲੀਅਨ ਦਾ ਜਿਹੜਾ ਨਵਾਂ ਪ੍ਰੋਗਰਾਮ ਉੱਥੇ ਐਲਾਨ ਕੀਤਾ, ਜਿਹੜੇ ਬਿਜ਼ਨਸਿਸ ਇੰਪੈਕਟ ਹੋਏ ਆ ਉਸ ਚੀਜ਼ ਦੇ ਉੱਤੇ। ਸੋ ਕਾਫੀ ਜ਼ਿਆਦਾ ਇਸ ਦੇ ਨਾਲ ਈਵਨ ਲੌਂਗ ਟਰਮ ਕੇਅਰ ਸੈਂਟਰ ਵੀ ਜਿਹੜੇ ਹੈਗੇ ਆ ਉਹ ਅਨਾਉਂਸ ਕੀਤੇ ਗਏ ਸੀ, ਜਿਵੇਂ ਅਸੀਂ ਪਿਛਲੇ ਵੀਕ ਉਹਦੀ ਅਨਾਉਂਸਮੈਂਟ ਕੀਤੀ ਸੀ। ਤੇ ਬਰੈਂਪਟਨ ਦੇ ਵਿੱਚ ਹੋਰ 2 ਨਵੇਂ ਲੌਂਗ ਟਰਮ ਕੇਅਰ ਸੈਂਟਰ ਬਣਨੇ ਜਾਓਗੇ। ਸੋ ਜੋ ਅਸੀਂ ਹੈਲਥ ਕੇਅਰ ਦੀ ਇਨਵੈਸਟਮੈਂਟ ਦੇਖਦੇ ਹਾਂ, ਜਿੱਥੇ ਕਿ ਮੈਨੂੰ ਸਟਿਲ ਮੈਨੂੰ ਕੁਐਸਚਨ ਆ ਰਿਹਾ, ਬੜੇ ਹਾਲੀ ਕੁਆਲੀਫਾਈਡ ਨੇ, ਸੀਨੀਅਰ ਟੀਚਰ ਨੇ, PhD ਨੇ, ਡਾਕਟਰ ਗੁਰਨਾਮ ਸਿੰਘ ਢਿੱਲੋਂ, ਉਹ ਕਹਿੰਦੇ ਬਰੈਂਪਟਨ ਕਮਿਊਨਿਟੀ ਡਿਮਾਂਡ ਫਾਰ ਅ 3rd ਹਸਪੀਟਲ। ਸੋ ਇਹ ਗੁਰਤਨ ਵੀ ਇਹ ਗੱਲ ਕਹਿ ਗਏ ਨੇ। ਇੱਕ ਸੱਜਣ ਹੋਰ ਮੈਨੂੰ ਟੈਕਸਟ ਮੈਸੇਜ ਕਰ ਰਿਹਾ, ਤੁਸੀਂ ਇਸ ਤੇ ਥੋੜਾ ਬਰੀਫਲੀ ਜਵਾਬ ਦਿਓ, ਫਿਰ ਮੈਂ ਬਾਕੀਆਂ ਨੂੰ ਵੀ ਲੈਣਾ ਚਾਹੁੰਦਾ ਤੁਹਾਡੇ ਨਾਲ। ਨਹੀਂ, ਇਸ ਦੇ ਵਿੱਚ ਹਸਪੀਟਲ ਦੀ ਜਦੋਂ ਗੱਲ ਕਰਦੇ ਹਾਂ, ਇਸ ਦੇ ਵਿੱਚ ਇੱਕ ਕਮਿਟਮੈਂਟ ਜ਼ਰੂਰ ਦਿੱਤੀ ਗਈ ਹੈਗੀ ਹੈ ਆਪਣੇ ਪ੍ਰੋਵਿੰਸ ਵੱਲੋਂ ਵੀ ਇਹਨੂੰ ਫੁੱਲ ਫਲੈਜ ਹਸਪੀਟਲ ਜਿਹੜਾ ਹੈਗਾ ਉਹ ਬਣਾਇਆ ਜਾਵੇਗਾ। ਸੋ ਜਿੱਥੇ ਮੈਂ ਸਮਝਦਾ ਵੀ ਬਹੁਤ ਲੰਮੇ ਸਮੇਂ ਤੋਂ ਇਹ ਮੰਗ ਆ ਰਹੀ ਹੈ, ਜਿੱਥੇ ਆਪ ਗੁਰਬਚਨ ਸਿੰਘ ਆਪਣੀਆਂ ਪੋਸਟਾਂ ਪਾਉਂਦੇ ਵੀ ਇੱਕੋ ਹਸਪੀਟਲ, ਇੱਥੇ ਨਵਾਂ ਦੂਜਾ ਹਸਪੀਟਲ ਬਣਾਉਣ ਦਾ ਐਲਾਨ ਅਸੀਂ ਕੀਤਾ, ਤੇ ਉਸਨੂੰ ਜਲਦੀ ਛੇਤੀ ਅਸੀਂ ਡਿਟੇਲ ਹੋਰ ਵੀ ਜਦੋਂ ਜਿਵੇਂ ਪ੍ਰੋਸੈਸ ਚੱਲਦਾ ਹੈਗਾ ਉਹਦੇ ਵਿੱਚ ਦੇਵਾਂਗੇ। ਉਹਨੂੰ ਪਬਲਿਕਲੀ ਕਮਿਟਮੈਂਟ ਕੀਤੀ ਹੈ, ਪਹਿਲੀ ਵਾਰੀ ਹੋਇਆ ਵੀ ਪਬਲਿਕਲੀ ਇਸ ਚੀਜ਼ ਨੂੰ ਫੁੱਲ ਫਲੈਜ ਬਣਾਉਣ ਦੀ ਕਮਿਟਮੈਂਟ ਬਜਟ ਦੇ ਵਿੱਚ ਕੀਤੀ ਗਈ ਹੈ, ਜਿਸ ਦੇ ਵਿੱਚ $30 ਬਿਲੀਅਨ ਦੇ ਉੱਤੇ ਜਿਹੜਾ ਫੰਡ ਹੈਗਾ ਉਹ ਲੱਗਿਆ ਜਾਂਦਾ। ਸੋ ਬਹੁਤ ਵੱਡੀ ਹੀ ਗੱਲ ਹੈਗੀ ਹੈ ਇਸ ਸਿਟੀ ਵਾਸਤੇ। ਨਾਲ ਹੀ ਜਿਹੜੀ ਐਕਸਪਲੋਰੇਸ਼ਨ ਹੋ ਰਹੀ ਹੈ ਵੀ ਮੈਡੀਕਲ ਸਕੂਲ ਦੇ ਵਿੱਚ, ਜਿੱਥੇ ਸਾਨੂੰ ਪਤਾ ਹੈਗਾ ਵੀ ਇਸ ਵਕਤ ਬਰੈਂਪਟਨ ਦੇ ਵਿੱਚ ਕੋਵਿਡ ਦਾ ਕਿੰਨਾ ਵੱਡਾ ਇੰਪੈਕਟ ਪੈ ਰਿਹਾ, ਇਫੈਕਟ ਪੈ ਰਿਹਾ। ਮੈਂ ਸਮਝਦਾ ਕਿ ਸਿਨਰਜੀ ਵੀ ਬਹੁਤ ਵਧੀਆ ਵੀ ਇੱਕ ਥਾਂ ਤੇ ਸਾਡਾ
ਹਸਪੀਟਲ ਵੀ ਬਣ ਰਿਹਾ ਤੇ ਨਾਲ ਦੀ ਨਾਲ ਅਸੀਂ ਮੈਡੀਕਲ ਸਕੂਲ ਨੂੰ ਵੀ ਟੇਕ ਕੇਅਰ ਕਰ ਸਕਦੇ ਹਾਂ ਜਾਂ ਉਹਦੀ ਵੀ ਪਲੈਨਿੰਗ ਸ਼ੁਰੂਆਤ ਕਰ ਸਕਦੇ ਜਿਸ ਦੇ ਵਿੱਚ ਰਾਇਰਸਨ ਦੇ ਪ੍ਰੈਜ਼ੀਡੈਂਟ ਮੁਹੰਮਦ ਸ਼ਮੀ ਨੇ ਵੀ ਬਹੁਤ ਧੰਨਵਾਦ ਕੀਤਾ ਸਿਟੀ ਆਫ not only province of Ontario but also city of Brampton. ਥੈਂਕ ਯੂ ਪਰਮਜੀਤ ਤੁਹਾਡਾ ਮੇਰੇ ਨਾਲ ਜੁੜਨ ਲਈ ਸਵੇਰੇ ਔਰ ਤੁਹਾਡੇ ਨਾਲ ਇੱਕ ਵਾਰੀ ਫੇਰ ਮੇਰੀ ਨੈਕਸਟ ਵੀਕ ਇਸ ਤੇ ਗੱਲਬਾਤ ਹੋਏਗੀ ਜਦੋਂ ਤੁਹਾਡੇ ਪ੍ਰੀਮੀਅਰ ਜਿਹੜੇ ਦੀ ਅਨਾਉਂਸਮੈਂਟ ਕਰ ਦੇਣਗੇ ਫਿਰ ਮੈਂ ਤੁਹਾਨੂੰ ਇਹਦੇ ਤੇ ਇੱਕ ਵਾਰੀ ਦੁਬਾਰਾ ਫੇਰ ਲਵਾਂਗਾ ਠੀਕ ਹੈ ਬਹੁਤ ਧੰਨਵਾਦ ਜੀ ਸਾਹਿਬ ਜੀ ਥੈਂਕ ਯੂ ਵੈਰੀ ਮਚ ਫॉर ਬੀਇੰਗ ਵਿਦ ਮੀ ਔਰ ਮੇਰੇ ਨਾਲ ਮੇਰੇ ਖਿਆਲ ਸਿਮਰਨ ਸੈਣੀ ਨੇ ਸ਼ਾਇਦ ਲਾਈਨ ਡ੍ਰੌਪ ਕਰ ਗਏ ਨੇ ਔਰ ਮੈਂ ਥੋੜੀ ਕਮਰਸ਼ੀਅਲ ਵਾਲੇ ਇਨ ਦੀ ਮੀਟਿੰਗ ਮੇਰੇ ਨਾਲ ਬ੍ਰੈਂਪਟਨ ਦੇ ਮੇਅਰ ਹੋਣਗੇ ਮਿਸਟਰ ਪੈਟਰਿਕ ਬਰਾਊਨ ਉਹਨਾਂ ਨੂੰ ਕੁਐਸਚਨ ਕਰਦੇ ਆ ਸਾਰੇ ਉਹ ਕੀ ਕਹਿੰਦੇ ਨੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਮੋਹਨ ਢਾਬਾ ਬੋਲਟਨ ਵਿੱਚ ਪੰਜਾਬ ਦੇ ਢਾਬਿਆਂ ਵਰਗਾ ਸਵਾਦ ਲੈਣਾ ਵੈਜ ਨਾਨ ਵੈਜ ਤਾਜ਼ੇ ਪਰੌਂਠੇ ਲੰਚ ਡਿਨਰ ਜਾਂ ਟੇਕ ਆਊਟ ਵਾਸਤੇ ਪਹੁੰਚੋ ਬੋਲਟਨ ਵਿੱਚ 12700 ਹਾਈਵੇ 50 ਸਵੇਰ 8 ਵਜੇ ਤੋਂ ਰਾਤ 10 ਵਜੇ ਤੱਕ ਕਾਲ ਕਰੋ 416 450 99 90 4164509990 Scans Accounting. A team of highly professional accountants. We deliver quality and immeasurable assistance to our clients. For Canada Audit Assistance and your business loans, the only name you can trust. A professional accountant always makes a difference. For more information, call us at 416-741-0801 or visit us at scansaccountants.com. Sat Shri Akal. Hello there. My name is Kevin Yard, and I'm your member of Provincial Parliament here in Brampton North. I know that this last year has been hard for everyone due to the COVID-19 pandemic. I want you to know that I am here to help and raise the concerns for the residents of Brampton North at Queen's Park. Feel free to reach out to my office for any assistance that you may require. My phone number is 905-495-8030. ਹਾਈਵੇ 7 ਹੈ ਜੇ ਸਟਰੀਟ ਤੇ ਨੇੜੇ ਫੈਸਟੀਵਲ ਕੌਂਡੋ ਦੀ ਕਾਮਯਾਬ ਸੇਲ ਤੋਂ ਬਾਅਦ ਹੁਣ ਰਿਲੀਜ਼ ਹੋ ਚੁੱਕਿਆ ਹੈ ਗ੍ਰੈਂਡ ਫੈਸਟੀਵਲ ਟਾਵਰ 1 ਬੈਡਰੂਮ ਸ਼ੁਰੂ ਹੋਵੇਗਾ $5,20,000 ਤੋਂ ਕਲੋਜ਼ਿੰਗ 2025 ਈਜ਼ੀ ਡਿਪੋਜ਼ਿਟ ਫ੍ਰੀ ਅਸਾਈਨਮੈਂਟ ਫ੍ਰੀ ਅਪਲਾਇੰਸਸ 1 minute to Subway close to York University Highway 400 and 407. Text your email or call for package 416-970-5005. ਜਗਦੀਸ਼ ਕਰੇਵਾਲ 416-970-5005. ਕੀ ਤੁਸੀਂ ਇੱਕ ਚੰਗੇ ਤੇ ਭਰੋਸੇਯੋਗ ਇੰਸ਼ੋਰੈਂਸ ਐਡਵਾਈਜ਼ਰ ਦੀ ਭਾਲ ਦੇ ਵਿੱਚ ਹੋ ਜੋ ਤੁਹਾਡੀ ਅਤੇ ਫੈਮਿਲੀ ਦੀਆਂ ਫਾਈਨੈਂਸ਼ੀਅਲ ਜ਼ਰੂਰਤਾਂ ਨੂੰ ਸਮਝਦੇ ਹੋਏ ਇੱਕ ਨੇਕ ਸਲਾਹ ਤੇ ਚੰਗੀ ਪਾਲਿਸੀ ਦਿਲਾ ਸਕੇ ਤਾਂ ਪੰਜਾਬ ਇੰਸ਼ੋਰੈਂਸ ਨਾਲ ਕੰਮ ਕਰਦੇ ਮਨਦੀਪ ਕਾਲੀਆ ਨਾਲ ਸੰਪਰਕ ਕਰੋ। ਇਹ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਵਿਜ਼ਟਰ ਸੁਪਰਵਾਈਜ਼ਰ ਇੰਸ਼ੋਰੈਂਸ ਬੱਚਿਆਂ ਦੀ RESP RRSP ਦੇ ਵਿੱਚ ਮਹਾਰਤ ਰੱਖਦੇ ਨੇ। ਕਾਲ ਟੂਡੇ ਟੂ ਗੈਟ ਯੂਰ ਫ੍ਰੀ ਕੋਡ ਮਨਦੀਪ ਕਾਲੀਆ 416-910-8585 416-910-8585 ਲਾਈਫ ਇੰਸ਼ੋਰੈਂਸ ਮਜਬੂਰੀ ਨਹੀਂ ਇੱਕ ਜ਼ਿੰਮੇਵਾਰੀ। ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਔਰ ਮੇਰੇ ਨਾਲ ਪਹਿਲਾਂ ਗੁਰਤਨ ਸਿੰਘ ਸੀ ਫਿਰ ਆਨਰੇਬਲ ਮਿਨਿਸਟਰ ਪਰਮਜੀਤ ਸਰਕਾਰੀਆ ਸੀਗੇ ਅਮਰਜੋਤ ਵੀ ਮੇਰੇ ਨਾਲ ਹੋਣਗੇ ਔਰ ਹੁਣ ਮੇਰੇ ਨਾਲ ਨੇ ਆਨਰੇਬਲ ਮੇਅਰ ਮਿਸਟਰ ਪੈਟਰਿਕ ਬਰਾਊਨ ਮੇਅਰ ਆਫ ਬ੍ਰੈਂਪਟਨ ਵੈਲਕਮ ਟੂ ਦ ਸ਼ੋ ਮਿਸਟਰ ਮੇਅਰ। It's always a pleasure to be on your show. Thank you very much. I just have only two questions for you, Mr. Mayor. First of all, Brampton healthcare, or second, Brampton higher education. So, first question: are you satisfied with government latest announcement related to Brampton new hospital? I am very happy. This is very unique when a government awards a hospital. This does not happen very often. And not to mention a med school. The last time a med school was announced was with McMaster with the Northern School of Medicine 15 years ago, and then 20 years before that with McMaster. It's very unusual for a med school to be announced. This is a big deal. This is big news for our community, and so I was very happy. This is something that we've been working very hard on with Prabmeet and Amarjot, and it's a home run for our community. Okay, Ms. Mayor, I hear from the lot of national media and your video regarding you praise for the medical school regarding, but you are not praising more than that about the health spending. I just got Guratan Singh, and he clearly told we are not satisfied as a NDP
with the medical spending on the Brampton. They need the third hospital. There is no any announcement for the full-fledged Peel Memorial Hospital, but you are satisfied on that. How can you elaborate that? And I get it. It's the job of the opposition to criticize. And don't get me wrong, Quinder. There are times when I criticize the government. I wasn't happy about paid sick days, and I had concerns about the pharmacy rollout. And I'm happy to criticize the government where it's warranted. It wasn't warranted here. This is a celebration. And maybe people who are criticizing it didn't read the announcement. But this is a commitment to Phase 2 of Peel Memorial. Phase 2 of Peel Memorial means hundreds of new hospital beds. It means a full-service emergency department. It's 24/7. It takes a shut-down, decommissioned hospital that is turned into an urgent care clinic. You can't take an ambulance to Peel Memorial. If you go there at nighttime and knock on the door, it's closed. It's not a hospital. And so maybe some of these politicians in Toronto who are criticizing it, maybe they don't know where Peel Memorial is. Maybe they don't know that it got shut down and it's no longer a hospital. So this announcement that it's going to become a full-service hospital is great news for our community. How can you not celebrate hundreds of new hospital beds? How can you not celebrate an emergency department? How can you not celebrate a 24/7 operational hospital? And so I was a little bit perplexed by the criticism because, put partisanship aside, this is a great day for the city of Brampton, and we should be celebrating. Mr. Mayor, the question arises because most of Bramptonian, even including opposition NDP, they continuously demanding a third full-fledged hospital and full-fledged hospital to Peel Memorial Hospital. What is your take on that? It is okay, the right now is good, and you're still demanding after the full-fledged facility with the Peel Memorial, you need to be demand for the third hospital for the Brampton. So let me say, first of all, for the last 15 years, we've been asking for a second hospital. Again and again and again and again. And each year, our hopes have been dashed in the budget. Each year, we've been disappointed that it wasn't in the budget. And in this budget, we finally have a second hospital announced for Brampton. And don't get me wrong, eventually we're going to need a third hospital too, and I'll be pushing for that third hospital. But let's not confuse things. We just got a hospital announced for our city. That is great progress. And so rather than partisan attacks, we should be celebrating this. And as you can tell, as mayor, I've been nonpartisan. I work with the federal government. I work with the provincial government. When they're not doing something right for Brampton, I call them out. But make no bones about it. This is good news for Brampton. This is not just good news. This is great news for the city of Brampton. Very good. Thank you. Mr. Brown, last question regarding the higher education. You just told me for the medical school for Brampton from the Reyes University. What did you have planned, you and your council, for to elaborate in university and higher education in the Brampton? So this council said that we deserve more when it comes to opportunities for young people. And not only did we say that we were excited by the Ryerson proposal for a medical school, we also said that, Brampton should have our own university. And so this is a major step forward. We're getting a med school, and I can tell you the conversations continue about having our own university. So, there was two big asks the city had, huge asks. And we would have, and we got them yesterday. And so that's not to say we don't have other asks, but these are two major wins for the city of Brampton. Mr. Mayor, look like you're going to build a new relationship with Mr. Ford in future is good news for all Bramptonian. But the last question is for recently your council passed a unanimously motion in Brampton for the insurance for for the home and auto insurance regarding discrimination of postal code, and you still have demand for that. Yeah, and this is something that Brampton has argued for a long time. As you know, when I was in provincial politics, I argued to end discrimination based on postal codes. And so I do hope this is something the province will look at. Parm Gill, who's a government MPP, passed a motion to this effect, but it needs to be adopted. The ministry needs to adopt it, and so we'll continue to push that because I don't think it's fair that there are
postal code surcharges. It costs more if you live in Brampton, Scarborough, Markham, Mississauga than almost anywhere else in the province. And that's not fair. Thank you, Mr. Mayor. Thank you for being with me. Anything you want to say, my listener, on this? As per you just told me, this is a big celebration for the Brampton. Yeah, I would say this shows that advocacy works. You know, this was the largest petition in Brampton history to get our second hospital. And it shows that when you make noise and you ruffle feathers, it works. For far too long, Brampton was polite, and we just accepted that we weren't getting anything. And I think the last 2 years, we argued in the media. We made a lot of noise about the hospital. We got our way. And so I think the lesson here is that Brampton always needs to raise our voice when we're not being treated fairly, because this is a proof that speaking up works. Thank you, Mr. Mayor. Thank you for early morning being with me, and have a wonderful day. Thank you. Thank you so much. ਇਹ ਸਨ ਮਿਸਟਰ ਪੈਟਰਿਕ ਬਰਾਊਨ, ਆਨਰੇਬਲ ਮੇਅਰ ਆਫ ਬਰੈਂਪਟਨ। ਆਪਾਂ ਨਾਲ ਗੱਲਬਾਤ ਕੀਤੀ ਆ। ਤੁਹਾਡੇ ਕਾਫੀ ਸਾਰੇ ਕੁਐਸਚਨ ਨੇ, ਮੈਂ ਕੋਸ਼ਿਸ਼ ਕਰਦਾ ਉਹਨੂੰ ਰੇਜ਼ ਕਰੀ ਜਾਵਾਂ। ਸੋ ਮੇਰੇ ਨਾਲ ਇੱਕ ਦੋ ਸੱਜਣ ਹੋਰ ਜੁੜਨਗੇ। ਤੁਹਾਡੇ ਨੰਬਰ ਆਫ ਮੈਸੇਜ ਨੇ। ਹਾਊ ਅਬਾਊਟ LRT? ਸੌਰੀ ਮੇਜਰ ਸਾਹਿਬ, ਤੁਹਾਡਾ ਮੈਸੇਜ ਮੈਂ ਹੁਣ ਪੜਿਆ। ਇਹ ਆਪਾਂ ਔਰ ਮਿਸਟਰ ਸਰਕਾਰੀਆ said 400 students, I didn't understand it, ask him more about it। ਕੋਈ ਗੱਲ ਨਹੀਂ ਜੀ, ਆਪਾਂ ਇਹ ਗੱਲ ਅਮਰਜੋਤ ਹੋਣਾ ਨੂੰ ਪੁੱਛਾਂਗੇ। ਥਰੂ ਵੇ ਟ੍ਰੇਲਰ ਵਾਲੇ ਸਾਡੇ ਇਸੇ ਦੇ ਪ੍ਰਾਊਡ ਸਪਾਂਸਰ ਨੇ। ਕੁਇਕ ਟਾਇਰ ਪੇਅਰ ਤੋਂ ਸੁਖਾ ਰੰਧਾਵਾ, ਡਿਕਸੀ ਫਰੇਟ ਸਿਸਟਮ, ਪਾਪੂਲਰ ਟਾਇਰ, JK ਟਰਾਂਸਪੋਰਟ। ਮੈਂ ਸਾਰੇ ਜਿੰਨੇ ਮੇਰੇ ਸਪਾਂਸਰਸ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਅੱਜ ਉਹਨਾਂ ਦਾ ਟਾਈਮ ਜਿਹੜਾ ਮੈਂ ਹੈਲਥ ਤੇ ਐਜੂਕੇਸ਼ਨ ਨੂੰ ਦੇ ਰਿਹਾ, ਤੇ ਤੁਸੀਂ ਇਹ ਮੈਨੂੰ ਪਤਾ ਪ੍ਰਾਊਡਲੀ ਡੋਨੇਟ ਕਰ ਰਹੇ ਹੋ, ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਹਾਂ। ਤੁਹਾਡੇ ਸਾਰਿਆਂ ਦੇ ਮੈਸੇਜ ਜਿਹੜੇ ਆ ਉਹ ਕੱਲ ਪ੍ਰੋਪਰਲੀ ਡਿਲੀਵਰ ਹੋਣਗੇ। ਸਕੈਨਜ਼ ਅਕਾਊਂਟਿੰਗ, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਇੰਸਟੀਚਿਊਟ, ਜਸਪੀਰ ਸਿੰਘ ਹੁੰਦਲ, AGI ਟਰਾਂਸਪੋਰਟ, ਨਿਊ ਬੈਸਟ ਟਰੱਕ ਪੈਟਰਸਨ ਤੋਂ ਸਰਜੀਤ ਤੇ ਬਲਕਾਰ ਜੀ, ਤੇ ਨਾਲ ਦੀ ਨਾਲ ਸ਼ੇਰਗਿੱਲ ਲਾ ਫਰਮ ਤੇ ਮਨਦੀਪ ਕਾਲੀਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਸਪੋਲਰ ਮੌਰਗੇਜ ਬ੍ਰੋਕਰ, ਇਹ ਵੀ ਤੁਹਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜ ਰਿਹਾ। SM ਕੰਕਰੀਟ ਤੋਂ ਸੰਦੀਪ ਜੀ ਔਰ ਬੌਬੀ ਕੰਗ ਜੀ, ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਤੁਗਾ ਬ੍ਰਦਰਸ, ਗੁਰਸ਼ਰਨ ਬਾਬੀ ਸਿੱਧੂ ਐਂਡ ਐਸੋਸੀਏਟ। ਮੇਰੇ ਨਾਲ ਆਲਕਾਈਨ ਇੰਸ਼ੋਰੈਂਸ ਤੋਂ ਸਪੈਸ਼ਲਿਸਟ ਸਿਮਰਨ ਸੈਣੀ ਨੇ ਆਪਣਾ ਟਾਈਮ ਤੁਹਾਨੂੰ ਡੋਨੇਟ ਕੀਤਾ, ਉਹਦਾ ਮੈਂ ਥੈਂਕਫੁਲ ਹਾਂ। ਉਹਨਾਂ ਨੂੰ ਆਪਾਂ ਕਰ ਲਵਾਂਗੇ। ਔਰ ਮੇਰੇ ਨਾਲ ਇਸ ਵਕਤ MPP ਅਮਰਜੋਤ ਸਿੰਘ ਨੇ ਮੇਰੇ ਲਈ ਲਾਸਟ ਗੈਸਟ ਹੋਣਗੇ। 4 ਮੇਰੇ ਕੋਲ ਮਿੰਟ ਸਾਰੇ ਬਾਕੀ ਆ। ਅਮਰਜੋਤ, ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ, ਵੈਲਕਮ। ਸਤਿ ਸ਼੍ਰੀ ਅਕਾਲ ਗੋਵਿੰਦਰ ਭਾਜੀ, ਤੁਹਾਨੂੰ ਤੇ ਆਪਣਾ ਸਾਊਥ ਏਸ਼ੀਅਨ ਵੌਇਸ ਦੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਟੀਚਰ ਨੇ ਜਿਨ੍ਹਾਂ ਨੇ ਮੈਨੂੰ ਕੁਐਸਚਨ ਭੇਜਿਆ। ਮਿਸਟਰ ਸਰਕਾਰੀਆ said 400 per student, I didn't understand it, ask him more। ਇਹ ਅਮਰਜੋਤ ਪ੍ਰਭਨੀਤ ਕਹਿ ਕੇ ਗਏ, ਮੈਨੂੰ ਪਤਾ ਤੁਹਾਡੇ ਦੋਨਾਂ ਦੀ ਇੱਕ ਹੀ ਗੱਲ ਹੈ। ਇਹਦੇ ਤੇ ਮਾੜਾ ਜਿਹਾ ਦੱਸਿਓ ਵੀ 400 ਸਟੂਡੈਂਟਸ ਨੂੰ ਕਿਸ ਤਰ੍ਹਾਂ ਮਿਲਣੇ ਪਰ ਕਿਹਦੇ ਬਾਰੇ ਭਾਈ? ਇਹ ਸਰਕਾਰੀਆ ਕਹਿ ਕੇ ਗਏ ਨੇ ਕਿ ਪਰ ਸਟੂਡੈਂਟਸ ਨੂੰ ਜਿਹੜਾ $400। ਹਾਂਜੀ ਹਾਂ ਜੀ ਜੀ ਬਿਲਕੁਲ ਭਾਜੀ। ਉਹ ਜਿਹੜੀ ਜਿੱਦਾਂ ਸਟੂਡੈਂਟਸ ਨੂੰ ਪਹਿਲਾਂ ਸਪੋਰਟ ਕੀਤੀ ਸੀ ਜੀ ਫੇਸ 1 ਫੇਸ 2 ਦੇ ਵਿੱਚ $200, ਕਿਉਂਕਿ ਆਪਾਂ ਜਾਣਦੇ ਕਿ ਸਟੂਡੈਂਟਸ ਜਿਹੜੇ ਘਰ ਬੈਠ ਕੇ ਇਸ ਵੇਲੇ ਪੜ੍ਹ ਰਹੇ ਆ, ਤੇ ਪੇਰੈਂਟਸ ਨੂੰ ਵੀ ਹੈਲਪ ਚਾਹੀਦੀ ਹੁੰਦੀ। ਕਈ ਵਾਰ ਉਹਨਾਂ ਇਕਵਿਪਮੈਂਟ ਕੋਈ ਲੈਣਾ ਵਾ, ਬੱਚਿਆਂ ਨੇ iPad ਜਾਂ ਕੋਈ ਹੋਰ ਚੀਜ਼ ਚਾਹੀਦੀ ਆ। ਸੋ ਗਵਰਨਮੈਂਟ ਨੇ ਸਪੋਰਟ ਕੀਤੀ ਸੀ ਜੀ $200 ਪਰ ਚਾਈਲਡ 0 ਤੋਂ ਲੈ ਕੇ 12 ਸਾਲ ਦੇ ਵਿੱਚ। ਫਿਰ ਉਸ ਤੋਂ ਬਾਅਦ ਐਕਸਟੈਂਡ ਕੀਤਾ ਗਿਆ 12ਵੀਂ ਗ੍ਰੇਡ ਤੱਕ, ਜੇ ਤੁਹਾਡਾ ਬੱਚਾ ਕੋਈ ਸਪੈਸ਼ਲ ਨੀਡ ਹੈਗੀ ਆ, ਤੇ $250। ਸੋ ਗਵਰਨਮੈਂਟ ਨੇ ਜਿਹੜਾ ਤੀਜਾ ਫੇਸ ਦਾ ਅਨਾਊਂਸ ਕੀਤਾ ਜੀ, ਉਹਦੇ ਵਿੱਚ ਤੁਹਾਨੂੰ $400 ਪਰ ਚਾਈਲਡ 0 ਤੋਂ ਲੈ ਕੇ 12ਵੀਂ ਗ੍ਰੇਡ ਤੱਕ। ਜੇ ਕੋਈ ਬੱਚੇ ਦੀ ਸਪੈਸ਼ਲ ਨੀਡ ਹੈਗੀ ਆ, $500 ਜਿਹੜਾ ਉਹਨੂੰ ਦਿੱਤਾ ਜਾਊਗਾ। ਆਈ ਥਿੰਕ ਇਹ ਬਹੁਤ ਵਧੀਆ ਇੱਕ ਅਨਾਊਂਸਮੈਂਟ ਆ ਪੇਰੈਂਟਸ ਨੂੰ ਸਪੋਰਟ ਕਰਨ ਦੇ ਲਈ, ਤੇ ਜਿਹੜੇ ਆਪਣੇ ਬੱਚੇ ਘਰੋਂ ਬੈਠ ਕੇ ਆਨਲਾਈਨ ਸਟੱਡੀ ਕਰ ਰਹੇ ਉਹਨਾਂ ਨੂੰ ਸਪੋਰਟ ਕਰਨ ਦੇ ਲਈ। ਅਮਰਜੋਤ ਗੁਰਰਤਨ ਮੇਰੇ ਨਾਲ ਸੀ, ਮੇਅਰ ਸੀਗੇ, ਔਰ ਤੁਹਾਡੇ ਸਾਥੀ ਪ੍ਰਮਿਸ ਸੀਗੇ। ਮੇਅਰ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਬਰੈਂਪਟਨ ਦੇ, ਥੋੜਾ ਥੈਂਕਫੁਲ ਹੋਏ ਨੇ ਦੋਨਾਂ ਦਾ। ਤੇ ਪਰ ਗੁਰਰਤਨ ਤੇ NDP ਬਿਲਕੁਲ ਸੈਟਿਸਫਾਈਡ ਨਹੀਂ ਆ। ਉਹ ਕਹਿੰਦੇ ਕੋਈ ਡਾਲਰ ਅਮਾਊਂਟ ਨਹੀਂ ਦਿੱਤੀ ਗਈ, ਤੀਜਾ ਹਸਪੀਟਲ ਨਹੀਂ ਖੋਲਿਆ ਗਿਆ। ਇਹਦੇ ਤੇ ਵਾਟ ਯੂ ਟੇਕ ਔਨ ਦੈਟ? ਭਾਜੀ ਦੇਖੋ ਜੀ, ਮੈਨੂੰ ਲੱਗਦਾ ਕਿ ਕੱਲ ਦਾ ਦਿਨ ਜਿਹੜਾ ਬਰੈਂਪਟਨ ਲਈ ਇੱਕ ਹਿਸਟੋਰੀਕਲ ਡੇ ਸੀ। ਜਿਹੜੀ ਆਪਾਂ ਚੀਜ਼ ਦੀ ਡਿਮਾਂਡ ਕਰਦੇ ਆ ਰਹੇ ਹਾਂ ਪਿਛਲੇ 15-20 ਸਾਲ ਤੋਂ, ਜਿਹੜੀ ਚੀਜ਼ ਕਦੀ ਹੈਪਨ ਹੀ ਨਹੀਂ ਹੋਈ। ਬਰੈਂਪਟਨ ਨੂੰ ਹਸਪੀਟਲ, ਸੈਕਿੰਡ ਹਸਪੀਟਲ ਦੇ ਨਾਲ ਨਾਲ ਜਿਹੜਾ ਇੱਕ ਬਹੁਤ ਵਧੀਆ, ਜਿੱਦਾਂ ਆਪਣੇ ਮੇਅਰ ਵੀ ਦੱਸ ਕੇ ਗਿਆ ਕਿ ਇੱਕ ਹੋਮ ਰਨ ਕਿ ਬਹੁਤ ਘੱਟ ਹੁੰਦਾ ਵਾ ਹਿਸਟਰੀ ਦੇ ਵਿੱਚ ਕਿ ਹਸਪੀਟਲ ਦੇ ਨਾਲ ਨਾਲ ਤੁਹਾਨੂੰ ਮੈਡੀਕਲ ਸਕੂਲ ਵੀ ਮਿਲੇ। ਸੋ ਗਵਰਨਮੈਂਟ ਜਿਹੜੀ ਆ ਜੀ ਸਾਡੀ ਕਮਿਟਡ ਆ, ਸਾਡੀ ਐਡਵੋਕੇਸੀ ਜਿਹੜੀ ਆ ਮੇਰੀ ਤੇ ਪ੍ਰਮਿਸ ਸਰਕਾਰੀਆ ਦੀ ਪਹਿਲੇ ਦਿਨ ਤੋਂ ਜਦੋਂ ਅਸੀਂ ਇਲੈਕਟ ਹੋਏ ਆ ਕਿ ਸਾਨੂੰ ਹਸਪੀਟਲ ਬਰੈਂਪਟਨ ਦੇ ਵਿੱਚ ਚਾਹੀਦਾ ਵਾ। ਸਾਨੂੰ ਜਿਹੜਾ ਮੈਡੀਕਲ ਸਕੂਲ ਵੀ ਇੰਪੋਰਟੈਂਟ ਆ, ਕਿਉਂਕਿ ਬੱਚਿਆਂ ਲਈ ਮੈਡੀਕਲ ਸਕੂਲ ਇੱਕ ਬਹੁਤ ਇੰਪੋਰਟੈਂਟ ਹੋਊਗਾ ਜੀ ਬੱਚਿਆਂ ਲਈ ਕੱਲ੍ਹ ਆਉਣ ਵਾਲੀ ਆਪਣੀ ਜਨਰੇਸ਼ਨ ਦੇ ਲਈ।
ਨਾਲ ਦੀ ਨਾਲ ਮੈਂ ਸਿਟੀ ਆਫ ਬਰੈਂਪਟਨ ਦਾ ਮੇਅਰ ਬਰਾਊਨ ਦਾ ਵੀ ਥੈਂਕ ਯੂ ਕਰਦਾ, ਜਿਨ੍ਹਾਂ ਨੇ ਲਗਾਤਾਰ ਪਟੀਸ਼ਨਸ ਤੇ ਨਾਲ ਦੀ ਨਾਲ ਐਡਵੋਕੇਸੀ ਸਾਡੀ ਦਾ ਸਾਥ ਦਿੱਤਾ। ਬਹੁਤ ਹੀ ਵਧੀਆ ਨਿਊਜ਼ ਹੈ ਜੀ। ਦੇਖੋ ਸ਼ੀਨਾ ਭਾਜੀ, ਜਿੱਦਾਂ ਵੀ ਬਜਟ ਕੋਈ ਅਨਾਉਂਸ ਹੁੰਦਾ, ਚਾਹੇ ਪ੍ਰੋਵਿੰਸ਼ੀਅਲ ਬਜਟ ਆ ਚਾਹੇ ਫੈਡਰਲ ਬਜਟ ਆ ਜੀ, ਉਹਦੇ ਵਿੱਚ ਜਿਹੜੀਆਂ ਅਨਾਉਂਸਮੈਂਟਸ ਹੁੰਦੀਆਂ ਸਿਰਫ ਆਊਟਲਾਈਨ ਕੀਤੀਆਂ ਜਾਂਦੀਆਂ ਕਿ ਬਰੈਂਪਟਨ ਜਿਹੜਾ ਹਸਪੀਟਲ ਬਰੈਂਪਟਨ ਦੇ ਵਿੱਚ ਮਿਲੂਗਾ। ਉਹਦੇ ਵਿੱਚ ਡਾਲਰ ਅਮਾਊਂਟ ਜਿਹੜੀ ਹੈ ਨਹੀਂ ਦਿੱਤੀ ਜਾਂਦੀ ਕਦੀ ਵੀ। ਤੁਹਾਨੂੰ ਮੈਂ ਯਕੀਨ ਦਿਵਾਉਣਾ ਕਿ ਸਾਡੇ ਪ੍ਰੀਮੀਅਰ ਆਉਣ ਵਾਲੇ ਦਿਨਾਂ ਦੇ ਵਿੱਚ ਆ ਕੇ ਵੱਡੀ ਅਨਾਉਂਸਮੈਂਟ ਕਰਨਗੇ ਕਿ ਕੀ ਡਾਲਰ ਅਮਾਊਂਟ ਆ, ਕੀ ਬਰੈਂਪਟਨ ਦੇ ਵਿੱਚ ਬਣੂਗਾ। ਬਟ ਇੰਨਾ ਯਕੀਨ ਜ਼ਰੂਰ ਦਿਵਾਉਣਾ ਚਾਹੁੰਦੇ ਹਾਂ ਕਿ ਇੱਕ ਫੁੱਲ ਫਲੈਜ ਹਸਪੀਟਲ ਬਣੂਗਾ। ਪੀਲ ਮੈਮੋਰੀਅਲ ਸੈਂਟਰ ਜਿਹੜਾ ਪਹਿਲਾਂ ਇੱਕ ਅਰਜੈਂਟ ਕੇਅਰ ਕਲੀਨਿਕ ਸੀ, ਸ਼ਾਮ ਨੂੰ 6 ਵਜੇ ਬੰਦ ਹੋ ਜਾਂਦਾ ਜੀ, ਫੁੱਲ ਫਲੈਜ ਹਸਪੀਟਲ ਹੋਊਗਾ। ਇਹਦੇ ਵਿੱਚ ਨਵਾਂ ਇਨਪੇਸ਼ੈਂਟ ਵਿੰਗ ਜਿਹੜਾ ਐਡ ਕੀਤਾ ਜਾਊਗਾ, ਨਵੇਂ ਬੈੱਡਸ ਐਡ ਕੀਤੇ ਜਾਣਗੇ, 24/7 ਐਮਰਜੈਂਸੀ ਹੋਊਗੀ। ਸੋ ਮੈਨੂੰ ਲੱਗਦਾ ਕਿ ਬਹੁਤ ਵਧੀਆ ਨਿਊਜ਼ ਬਰੈਂਪਟਨ ਲਈ ਹੈਗੀ ਆ, ਜਿਹੜੇ ਲਗਾਤਾਰ ਆਪਾਂ ਡਿਮਾਂਡ ਕਰਦੇ ਆ ਰਹੇ ਸੀ। ਸੋ ਮੈਂ ਐਨਡੀਪੀ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਰਾਦਰ ਦੈਨ ਕ੍ਰਿਟਿਸਾਈਜ਼ ਕਰਨ ਦੀ ਨਾਲ ਸਾਨੂੰ ਇਹ ਚੀਜ਼ ਸੈਲੀਬ੍ਰੇਟ ਕਰਨੀ ਚਾਹੀਦੀ ਹੈ ਕਿ ਬਰੈਂਪਟਨ ਦੇ ਵਿੱਚ ਜਿਹੜੀ ਚੀਜ਼ ਹੈਪਨ ਹੋਈ ਹੈ ਜੀ। ਨਹੀਂ, ਇਦਾਂ ਕਿੱਦਾਂ ਸੈਲੀਬ੍ਰੇਟ ਉਹ ਕਰਨਗੇ? ਸੀਟਾਂ ਸਾਰੀਆਂ ਤੁਸੀਂ ਪੱਕੀਆਂ ਕਰੀ ਜਾਂਦੇ ਹੋ, ਸਰਕਾਰ ਵੀ ਪੱਕੀ ਕਰੀ ਜਾਂਦੇ ਹੋ, ਇਹ ਤਾਂ ਜਾਇਜ਼ ਨਹੀਂ ਹੈਗੀ ਤੁਹਾਡੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ। ਨਹੀਂ ਭਾਈ, ਸੀਟਾਂ ਦੇਖੋ ਜੀ, ਉਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਬਾਅਦ ਚੋਂ। ਸਾਡਾ ਕੋਸ਼ਿਸ਼ ਹੁੰਦੀ ਆ, ਮੇਰੀ ਤਾਂ ਹਮੇਸ਼ਾ ਹੀ। ਅਮਰਜੋਤ, ਲਾਸਟ ਸਵਾਲ ਹੈ, ਜਿਹੜਾ ਹਸਪੀਟਲ ਫੁੱਲ ਫਲੈਸ਼ ਕਰਨ ਬਾਰੇ ਤੁਸੀਂ ਕਹਿ ਰਹੇ ਹੋ, ਨਵੇਂ ਬੈੱਡ ਕਿੰਨੇ ਐਡ ਹੋਣਗੇ, ਇਹਦੇ ਬਾਰੇ ਕੁਝ ਹੈ ਤੁਹਾਡੇ ਕੋਲ ਰਾਈਟ ਨਾਓ ਕੋਈ ਇਨਫੋਰਮੇਸ਼ਨ, ਇਫ ਯੂ ਹੈਵ ਐਨੀਥਿੰਗ ਰਾਈਟ? ਨਹੀਂ ਭਾਜੀ, ਮੇਰੇ ਕੋਲ ਰਾਈਟ ਨਾਓ ਇਨਫੋਰਮੇਸ਼ਨ ਨਹੀਂ ਹੈਗੀ। ਜਿੱਦਾਂ ਮੈਂ ਕਿਹਾ ਜੀ, ਪ੍ਰੀਮੀਅਰ ਸਾਡੇ ਆਉਣਗੇ ਅਗਲੇ ਦਿਨਾਂ ਦੇ ਵਿੱਚ, ਉਹ ਆ ਕੇ ਇੱਥੇ ਪੂਰੀ ਅਨਾਉਂਸਮੈਂਟ ਕਰਨਗੇ ਪ੍ਰੋਪਰ ਕਿੰਨੇ ਬੈੱਡ ਹੋਣਗੇ, ਕਿੰਨੀ ਜਿਹੜੀ ਫੰਡਿੰਗ ਐਲੋਕੇਟ ਕੀਤੀ ਜਾਊਗੀ। ਰਾਈਟ ਨਾਓ ਜਿਹੜਾ ਸਿਰਫ ਬਜਟ ਨੂੰ ਆਊਟਲਾਈਨ ਕੀਤਾ ਗਿਆ ਕਿ ਬਰੈਂਪਟਨ ਦੇ ਵਿੱਚ ਜਿਹੜਾ ਪੀਲ ਮੈਮੋਰੀਅਲ ਹਸਪੀਟਲ ਦੀ ਐਕਸਪੈਂਸ਼ਨ ਕੀਤੀ ਜਾ ਰਹੀ ਆ, ਨਵਾਂ ਇਨਪੇਸ਼ੈਂਟ ਵਿੰਗ ਜਿਹੜਾ ਐਡ ਕੀਤਾ ਜਾ ਰਿਹਾ ਵਾ, ਉਹਨੂੰ ਫੁੱਲ ਫਲੈਜ ਜਿਹੜਾ ਹਸਪੀਟਲ ਆ ਉਹ ਬਣਾਇਆ ਜਾ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਤੁਸੀਂ ਐਫਰਟ ਕੀਤੇ ਆ, ਔਰ ਰਿਜ਼ਲਟਸ ਜਿਹੜੇ ਆ ਉਹ ਆਉਣ ਵਾਲੇ ਸਮੇਂ 'ਚ ਹੋਰ ਕਲੀਅਰ ਹੋ ਜਾਣਗੇ, ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਹੋ। ਅਮਰਜੋਤ, ਥੈਂਕ ਯੂ ਵੈਰੀ ਮਚ ਫॉर ਬੀਇੰਗ ਵਿਦ। ਥੈਂਕ ਯੂ ਭਾਜੀ, ਬਹੁਤ ਮਿਹਰਬਾਨੀ। ਇਹ ਸਨ ਬਰੈਂਪਟਨ ਵੈਸਟ ਤੋਂ ਐਮਪੀਪੀ ਅਮਰਜੋਤ ਸਿੰਘ। ਅਸੀਂ 4 ਜਣੇ ਨਾਲ ਗੱਲ ਕੀਤੀ ਆ। ਮੈਂ ਵੈਸੇ ਇੱਕ ਕਾਉਂਸਲਰ ਵੀ ਲੈਣਾ ਚਾਹੁੰਦਾ ਸੀਗਾ, ਦੋਨਾਂ ਦੇ ਵਿੱਚੋਂ ਹਰਕੀਰਤ ਜਾਂ ਫਿਰ, ਕਿਉਂਕਿ ਫਿਰ ਉਹਨਾਂ ਦੇ ਲੀਡਰ ਮੇਅਰ ਸੀਗੇ ਸਾਡੇ ਨਾਲ, ਸੋ ਉਹਨਾਂ ਨੇ ਮੇਰੇ ਖਿਆਲ ਉਹਨਾਂ ਦੀ ਗੱਲ ਕਰ ਦਿੱਤੀ ਆ। ਔਰ ਪਹਿਲੀ ਵਾਰੀ ਮੈਂ ਦੇਖਿਆ ਬਰੈਂਪਟਨ ਦਾ ਮੇਅਰ ਕਾਫੀ ਹੈਪੀ ਆ, ਉਹ ਕਹਿੰਦੇ ਖੁਸ਼ ਨਹੀਂ ਆ, ਅਸੀਂ ਬਹੁਤ ਖੁਸ਼ ਹਾਂ। ਸੋ ਐਨਡੀਪੀ ਕੁਛ ਕਹਿ ਰਹੀ ਹੈ, ਐਨਡੀਪੀ ਨੂੰ ਲੈ ਕੇ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਡਿਟੇਲ 'ਚ ਗੱਲ ਕਰਾਂਗੇ। ਉਮੀਦ ਕਰਦਾ ਮੈਂ ਤੁਹਾਡੇ ਸਾਰੇ ਕੁਐਸਚਨ, ਤੁਹਾਡੇ ਸਵਾਲ, ਉਹਨਾਂ ਨੂੰ ਉਜਾਗਰ ਕਰਨ ਦੇ ਵਿੱਚ, ਹਾਈਲਾਈਟ ਕਰਨ ਲਈ, ਐਲੈਬੋਰੇਟ ਕਰਨ ਦੇ ਵਿੱਚ ਸ਼ਾਇਦ ਕਾਮਯਾਬ ਰਿਹਾ ਹੋਵਾਂ। ਸਾਡਾ ਸਾਥ ਦਿਆ ਕਰੋ, ਔਰ ਮੈਂ ਹਮੇਸ਼ਾ ਇਸ ਗੱਲ ਲਈ ਕਮਿਟਡ ਹਾਂ, ਕਿਸੇ ਵੀ ਰਿਲੀਜਨ, ਕਿਸੇ ਵੀ ਪੋਲੀਟੀਕਲ ਪਾਰਟੀ, ਕਿਸੇ ਵੀ ਦਾਅਵੇ ਮੈਂ ਕਦੇ ਵੀ ਮਾਈਕ ਦੇ ਉੱਪਰ ਪੱਖ ਨਹੀਂ ਲਵਾਂਗਾ। ਮੇਰੇ ਪਰਸਨਲ ਕਿਸੇ ਨਾਲ ਰਿਲੇਸ਼ਨ ਹੋ ਸਕਦੇ ਆ, ਬਟ ਐਜ਼ ਏ ਮੀਡੀਆ ਨੈਵਰ ਐਵਰ, ਹਮੇਸ਼ਾ ਤੁਹਾਡੀ ਗੱਲ ਅਸੀਂ ਕਰਦੇ ਹਾਂ, ਕਰਦੇ ਰਵਾਂਗੇ। ਸਾਨੂੰ ਤੁਹਾਡੀ ਗ੍ਰੇਟ ਸਪੋਰਟ ਦੀ ਹਮੇਸ਼ਾ ਲੋੜ ਹੈ, ਖਾਸ ਤੌਰ ਤੇ ਸਾਡੇ ਬਿਜ਼ਨਸਮੈਨ, ਉਹਨਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਤੁਸੀਂ। ਔਰ ਉਮੀਦ ਕਰਦੇ ਹਾਂ, ਔਰ ਬਹੁਤ ਸਾਰੇ ਸੱਜਣ ਇਹ ਗੱਲ ਕਹਿੰਦੇ ਆ ਕਈਆਂ ਬਿਜ਼ਨਸਮੈਨਾਂ ਨੂੰ, ਕਿਉਂਕਿ ਮੈਂ ਕਹਿੰਦਾ ਇਹ ਪ੍ਰਾਈਮ ਟਾਈਮ ਸਵੇਰੇ 6 ਤੋਂ 9, ਔਰ ਵੱਡੇ ਲੀਡਰ, ਵੱਡੇ ਬਿਜ਼ਨਸਮੈਨ, ਵੱਡੇ ਟੀਵੀ ਚੈਨਲਸ, ਮੇਜਰ ਇਨਫਲੂਐਂਸ ਇਸ ਟਾਈਮ ਕਰਦੇ ਆ। ਸੋ ਅਸੀਂ ਵੀ ਉਹਦੇ ਵਿੱਚ ਕੀਤੀ ਆ। ਸਾਰਿਆਂ ਨੂੰ ਮੈਂ ਇੱਕ ਵਾਰੀ ਮੈਸੇਜ ਪਾਇਆ ਸੀ, ਇਮੀਡੀਏਟਲੀ ਇਹਦੇ ਵਿੱਚ ਅੱਧਿਆਂ ਨੇ ਮੇਰੇ ਨਾਲ ਖੁਦ ਸੰਪਰਕ ਕੀਤਾ ਕਿ ਸਾਨੂੰ ਤੁਸੀਂ ਏਅਰ ਤੇ ਲਾਓ, ਅਸੀਂ ਆਪਣੀ ਗੱਲ ਜਿਹੜੀ ਆ ਉਹ ਕਹਿਣੀ ਚਾਹੁੰਦੇ ਹਾਂ। ਸੋ ਕੁਝ ਸੱਜਣ ਇਹੋ ਜਿਹੇ ਵੀ ਆ, ਉਹ ਕਹਿੰਦੇ ਜੀ ਉਹ ਸਵੇਰੇ ਸਵੇਰੇ ਕੌਣ ਸੁਣਦਾ। ਸੋ ਇਸ ਗੱਲ ਲਈ ਮੈਂ ਬੜਾ ਪ੍ਰਾਊਡ ਫੀਲ ਕਰਦਾ ਹਾਂ ਕਿ ਮੈਨੂੰ ਤੁਸੀਂ ਸਵੇਰੇ ਸਵੇਰੇ ਬਹੁਤ ਟਾਈਮ ਦਿੰਦੇ ਹੋ। ਔਰ 770 ਦੇ ਜਿੰਨੇ ਵੀ ਸਾਡੇ ਲਿਸਨਰ ਸੀਗੇ ਉਹ ਸਾਡੇ ਨਾਲ ਆਏ ਨੇ। ਜੇ ਉਹਨਾਂ ਨੂੰ ਅਜੇ ਨਹੀਂ ਕਿਸੇ ਨੂੰ ਪਤਾ ਤਾਂ ਉਹਨਾਂ ਨੂੰ ਜ਼ਰੂਰ ਦੱਸੋ ਕਿ ਰੇਡੀਓ ਸਾਊਥ ਏਸ਼ੀਅਨ ਵਾਈਸ 1350 ਤੇ ਹੁਣ ਹਫ਼ਤੇ ਦੇ 5 ਦਿਨ ਸਵੇਰੇ 7 ਤੋਂ 8 ਆਉਂਦਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਅੰਟਾਰੀਓ ਦੇ ਲੋਕ, ਖਾਸ ਤੌਰ ਤੇ ਬਰੈਂਪਟੋਨੀਅਨ, ਕਾਫੀ ਹੈਪੀ ਹੋਣਗੇ। ਹੈਲਥ ਐਜੂਕੇਸ਼ਨ ਸਿਸਟਮ ਜਿਹੜਾ ਸਾਡਾ ਮਜ਼ਬੂਤ ਹੋਏਗਾ ਤੇ ਅਸੀਂ ਹੋਰ ਜਿਹੜਾ ਉਹ ਵਧੀਆ ਲਾਈਫ ਜਿਹੜੀ ਉਜਾਗਰ ਕਰ ਸਕਾਂਗੇ। ਮੇਰੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਮੇਰਾ ਡਾਇਰੈਕਟ ਨੰਬਰ ਜੇ 6472932327 647 293 2327। ਗॉड ब्लेस यू ऑल, हैव अ वंडरफुल डे। सत श्री अकाल।